4 ਤਕਰੀਬਨ ਜੁਲਾਈ ਤੋਂ ਲੈ ਕੇ 4 ਮਹੀਨੇ ਤਕਰੀਬਨ ਲੱਗ ਗਏ ਇਹਨਾਂ ਨੂੰ ਮੈਕਸੀਕੋ ਪਹੁੰਚਦਿਆਂ। ਮੈਕਸੀਕੋ ਪਹੁੰਚੇ ਮੈਂ ਜੰਗਲਾਂ ਰਾਹੀਂ, ਜਿੱਥੋਂ ਸਟੈਪ ਬਾਏ ਸਟੈਪ ਉਹ ਦੱਸਦਾ ਮੈਂ ਅੱਜ ਇੱਥੇ ਪਹੁੰਚ ਗਿਆ, ਉੱਥੇ 4-5 ਦਿਨ ਸਟੇ, ਫਿਰ ਉੱਥੋਂ ਅੱਗੇ ਉਹ ਦੱਸਦਾ ਵੀ ਇੱਥੇ ਅਸੀਂ ਪਹੁੰਚ ਗਏ ਹਾਂ। ਆਪਣੀ ਲੋਕੇਸ਼ਨ ਆਪਣੇ ਦੱਸਦਾ ਸੀ ਮੈਂ ਵੀ ਇਸ ਥਾਂ 'ਤੇ ਪਹੁੰਚ ਗਿਆ ਵਾਂ, ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਆ, ਵੀ ਮਤਲਬ ਸਹੀ ਪਹੁੰਚਦਾ ਜਾਂ ਜਿੱਥੇ ਜਿੱਥੇ ਜਾਂਦਾ ਆਪਣੀ ਲੋਕੇਸ਼ਨ ਦੱਸੀ ਜਾਂਦਾ ਸੀ। ਪਰ ਲਾਸਟ ਜਦੋਂ ਤਕਰੀਬਨ 4 ਨਵੰਬਰ 1920 ਦੀ ਗੱਲ ਆ ਵੀ ਉਹਨਾਂ ਜਦੋਂ ਕਹਿੰਦਾ ਵੀ 2 ਘੰਟੇ ਦੇ ਵਿੱਚ ਅਸੀਂ ਉੱਥੇ ਪਹੁੰਚ ਜਾਣਾ ਵਾ, ਕਿਸ਼ਤੀ 'ਚ ਬੈਠੇ ਜਾਂ ਕਿੱਦਾਂ ਕੋਈ ਪਾਣੀ ਵਾਲਾ ਰਸਤਾ ਸੀਗਾ, ਉੱਥੋਂ ਉਹਨਾਂ ਨੇ ਜਾਣਾ ਸੀ। ਕਹਿੰਦਾ ਹੁਣ ਤੁਸੀਂ ਕਾਲ ਨਾ ਕਰੋ, ਰਾਤ ਨੂੰ 12 ਵਜੇ ਕਾਲ ਹੋਈ ਆ। ਉਸ ਤੋਂ ਬਾਅਦ ਉਹਦੀ ਅੱਜ ਤਕਰੀਬਨ 10 ਮਹੀਨੇ ਹੋ ਚੱਲੇ ਆ ਵੀ ਉਹਦੇ ਨਾਲ ਸਾਡੀ ਕੋਈ ਗੱਲ ਨਹੀਂ ਹੋਈ ਬਾਅਦ ਵਿੱਚ। ਹਾਂਜੀ। ਰਾਤ ਨੂੰ ਹੋਈ 12-1 ਵਜੇ ਨਹੀਂ, ਬਸ ਮੈਨੂੰ ਇੰਨੀ ਗੱਲ ਕਹੀ ਹੈ ਵੀ ਮੰਮੀ ਅਸੀਂ ਚੱਲੇ ਹੁਣ, ਤੁਸੀਂ ਅਰਦਾਸ ਕਰੋ ਵੀ ਅਸੀਂ 2 ਘੰਟਿਆਂ 'ਚ ਪਹੁੰਚ ਜਾਣਾ ਵਾ। ਸਤਨਾਮ ਦੇ ਪਿਤਾ ਜੀ ਵੀ ਕੁਝ ਦਿਨ ਪਹਿਲਾਂ ਪਤਾ ਲੱਗਿਆ ਵੀ ਉਹਨਾਂ ਦੀ ਵੀ ਜਾਨ ਗਈ ਹੈ, ਉਹ ਕਿਵੇਂ ਕੀ ਗੱਲ ਸੀ ਉਹ ਉਹਨਾਂ ਦੇ ਪਿਤਾ ਹੀ ਤੁਹਾਨੂੰ ਪਤਾ ਜਦੋਂ ਇੱਕ ਬੱਚਾ ਚਲੇ ਜਾਂਦਾ, ਮਤਲਬ ਤਕਰੀਬਨ 1.5 ਸਾਲ ਹੋ ਗਿਆ, ਉਹਦੀ ਟੈਨਸ਼ਨ ਤਕਰੀਬਨ ਉਹਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਸੀਗੀ। ਸਾਨੂੰ ਦੱਸਦੇ ਨਹੀਂ ਵੈਸੇ, ਪਰ ਉਹ ਟੈਨਸ਼ਨ ਤੇ ਅੰਦਰੋਂ ਅੰਦਰ ਹੀ ਰੱਖਦਾ ਸੀਗਾ। ਉਹ ਤੁਹਾਡੇ ਨਾਲ ਗੱਲ ਕਰਦੇ ਸੀ ਕੋਈ ਪਰੇਸ਼ਾਨੀ ਦੇ ਵਿੱਚ, ਜਾਂ ਸੁਭਾਵਿਕ ਤੌਰ ਦੇ ਉੱਤੇ ਜਦੋਂ ਇੱਕ ਪੁੱਤ ਦਾ ਕੋਈ ਪਤਾ ਨਾ ਆ ਰਿਹਾ ਹੋਵੇ ਜਾਂ ਇੰਨੇ ਪੈਸੇ ਵੀ ਖਰਚੇ ਹੋਣ ਤਾਂ ਕਈ ਵਾਰ ਆਪਣੇ ਪਿਤਾ ਜੀ ਦੇ ਨਾਲ ਵੀ ਫਿਰ ਗੱਲ ਕਰਦਾ ਵੀ ਮੈਂ ਇਸ ਪਰੇਸ਼ਾਨੀ ਵਿੱਚ, ਤੁਹਾਡੇ ਨਾਲ ਗੱਲ ਹੋਈ ਕੋਈ? ਮੇਰੀ ਬਿਰਧ ਅਵਸਥਾ ਨੂੰ ਵੇਖ ਕੇ ਸਗੋਂ ਮੈਨੂੰ ਜ਼ਿਆਦਾ ਕਰਦੇ ਸੀ ਪਿਤਾ ਜੀ ਤੁਸੀਂ ਨਾ ਡੋਲਿਓ, ਅਤੇ ਪਰ ਉਹ ਵਿੱਚ ਹੀ ਵਿੱਚ ਆਪ ਡੋਲਦਾ ਹੈ, ਵਿੱਚ ਹੀ ਵਿੱਚ ਡੋਲਦਾ ਸੀ, ਸਾਨੂੰ ਪਤਾ ਨਹੀਂ ਲੱਗਣ ਦਿੰਦਾ। ਉਹਨੂੰ ਅਸੀਂ ਕਦੀ ਵੀ ਨਹੀਂ, ਮੈਂ ਵੀ ਨਹੀਂ ਕਦੀ ਉਹਨੂੰ ਰੋਕਿਆ ਵੀ ਚਲੋ ਕੋਈ ਗੱਲ ਨਹੀਂ, ਬਾਹਰ ਜਾਂਦੇ ਆ ਸਾਰੇ, ਕੋਈ ਗੱਲ ਨਹੀਂ, ਜਾਣ ਡਿਆ ਬਾਹਰ। ਪਰ ਮੈਨੂੰ ਇਹ ਨਹੀਂ ਪਤਾ ਵੀ ਮੇਰੇ ਪੁੱਤ ਦਾ ਫੋਨ ਨਹੀਂ ਹੋਣਾ, ਮੈਨੂੰ ਗੱਲ ਨਹੀਂ ਹੋਣੀ। ਕਿੰਨੇ ਬੱਚੇ ਨੇ ਭੈਣ ਜੀ ਤੁਹਾਡੇ? 2 ਹੀ ਬੱਚੇ ਆ, ਮੇਰੀ ਇੱਕ ਕੁੜੀ ਹੈ, ਇਹ ਵੱਡਾ ਸੀਗਾ ਮੇਰਾ ਪੁੱਤ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ। ਦਰਸ਼ਕੋ, ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਨੌਜਵਾਨਾਂ ਦਾ ਮੈਕਸੀਕੋ ਦੇ ਜੰਗਲਾਂ ਤੇ ਡੂੰਘੇ ਦਰਿਆਵਾਂ ਨੂੰ ਪਾਰ ਕਰਕੇ ਅਮਰੀਕਾ ਪਹੁੰਚਣ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਕੁਝ ਕੁ ਤਾਂ ਆਪਣੀ ਮੰਜ਼ਿਲ ਤੱਕ ਪਹੁੰਚ ਗਏ, ਪਰ ਕੁਝ ਅੱਜ ਵੀ ਲਾਪਤਾ ਨੇ। ਤੇ ਇਹਨਾਂ ਹੀ ਨੌਜਵਾਨਾਂ ਦੇ ਵਿੱਚੋਂ 2 ਨੌਜਵਾਨ, ਇੱਕ ਬੰਗਾ ਸ਼ਹਿਰ ਦੇ ਨਾਲ ਸੰਬੰਧਿਤ ਹੈ ਤੇ ਦੂਸਰਾ ਗੁਰਦਾਸਪੁਰ ਦੇ ਪਿੰਡ ਆਲਮਾ ਦੇ ਨਾਲ। ਇਹਨਾਂ ਨੌਜਵਾਨਾਂ ਦੀ ਆਖਰੀ ਵਾਰ ਮੈਕਸੀਕੋ ਤੋਂ 1 ਸਾਲ ਪਹਿਲਾਂ ਆਪਣੇ ਪਰਿਵਾਰ ਦੇ ਨਾਲ ਫੋਨ ਤੇ ਗੱਲਬਾਤ ਹੁੰਦੀ ਹੈ ਤੇ ਕਿਹਾ ਜਾਂਦਾ ਹੈ ਕਿ ਉਹ ਹੁਣ ਇੱਕ ਦਰਿਆ ਨੂੰ ਪਾਰ ਕਰਕੇ ਅਮਰੀਕਾ 'ਚ ਦਾਖਲ ਹੋਣਗੇ। ਇਹ ਨੌਜਵਾਨਾਂ ਦੀ ਉਹ ਆਖਰੀ ਕਾਲ ਸੀ, ਜਿਸ ਤੋਂ ਬਾਅਦ ਇਹਨਾਂ ਪਰਿਵਾਰਾਂ ਨੂੰ 1 ਸਾਲ ਬੀਤਣ ਤੱਕ ਵੀ ਕੁਝ ਵੀ ਇਹਨਾਂ ਨੌਜਵਾਨਾਂ ਦੇ ਬਾਰੇ ਖਬਰ ਨਹੀਂ ਆਈ ਹੈ। ਤੇ ਆਓ ਫਿਰ ਚੱਲਦੇ ਹਾਂ ਗੁਰਦਾਸਪੁਰ ਦੇ ਪਿੰਡ ਆਲਮਾ ਤੇ ਜਾਣਦੇ ਹਾਂ ਇਸ ਪੀੜਿਤ ਨੌਜਵਾਨ ਦੇ ਪਰਿਵਾਰ ਤੋਂ ਪੂਰੀ ਕਹਾਣੀ। ਆਪਣਾ ਚੰਗਾ ਭਵਿੱਖ ਬਣਾਉਣ ਦੇ ਲਈ, ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਦੇ ਲਈ ਸਤਨਾਮ ਸਿੰਘ ਅੱਜ ਤੋਂ 1.5 ਸਾਲ ਪਹਿਲਾਂ ਮੈਕਸੀਕੋ ਦੇ ਜੰਗਲਾਂ ਰਾਹੀਂ ਅਮਰੀਕਾ ਜਾਣ ਦੇ ਲਈ ਘਰੋਂ ਰਵਾਨਾ ਹੋਇਆ ਸੀਗਾ। ਤਾਂ ਅੱਜ 1.5 ਸਾਲ ਬਾਅਦ ਉਸ ਦੀ ਲਾਪਤਾ ਹੈ, ਉਸ ਦਾ ਕੋਈ ਪਤਾ ਨਹੀਂ ਹੈ। ਪਰਿਵਾਰ ਨੂੰ ਆਖਰੀ ਫੋਨ ਉਹਦਾ 1 ਸਾਲ ਪਹਿਲਾਂ ਆਉਂਦਾ ਹੈ ਤਾਂ ਉਹ ਇਹੀ ਦੱਸਦਾ ਹੈ ਵੀ ਉਹ ਮੈਕਸੀਕੋ ਤੋਂ ਅਮਰੀਕਾ ਦੇ ਵਿੱਚ ਦਾਖਲ ਹੋਣ ਲੱਗਿਆ ਔਰ ਇੱਕ ਦਰਿਆ ਨੂੰ ਪਾਰ ਕਰਨਾ ਹੈ ਬੇੜੀ ਦੇ ਰਾਹੀਂ। ਉਹ ਆਖਰੀ ਕਾਲ ਸੀਗੀ ਜਦੋਂ ਇਸ ਪਰਿਵਾਰ ਦੇ ਨਾਲ ਸਤਨਾਮ ਸਿੰਘ ਦੀ ਗੱਲਬਾਤ ਹੋਈ। ਸਤਨਾਮ ਸਿੰਘ ਦੇ ਚਾਚਾ ਜੀ ਸਾਡੇ ਨਾਲ ਨੇ। ਸਰ, ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਗੁਰਵਿੰਦਰ ਸਿੰਘ। ਗੁਰਵਿੰਦਰ ਸਿੰਘ ਜੀ, ਕਦੋਂ ਸਤਨਾਮ ਘਰੋਂ ਗਿਆ ਸੀਗਾ ਔਰ ਕਿਵੇਂ ਉਹਦੀ ਫਲਾਈਟ ਹੋਈ ਸੀ, ਕਿਵੇਂ ਫਿਰ ਉਹ ਮੈਕਸੀਕੋ ਤੱਕ ਪਹੁੰਚਿਆ ਸੀ? ਅਸੀਂ ਉਹਨੂੰ 26 ਜੁਲਾਈ ਨੂੰ ਮੈਂ ਤੇ ਉਸ ਦਾ ਮਾਮਾ ਚੜ੍ਹਾ ਕੇ ਆਏ ਇੱਥੋਂ, ਦਿੱਲੀ ਰਵਾਨਾ ਕੀਤਾ। ਦਿੱਲੀੋਂ 27-28 ਨੂੰ ਉਹਨਾਂ ਨੇ ਅੱਗੇ ਫਲਾਈਟ ਹੋਈ ਇਹਨਾਂ ਦੀ, ਜਿਹੜੇ ਇੱਕ ਛੋਟੇ ਦੇਸ਼ ਦੇ ਵਿੱਚ ਉੱਥੇ ਉਹਨਾਂ ਦਾ ਸਟੇ ਕਰਾਇਆ। ਉੱਥੋਂ ਸਟੈਪ ਬਾਈ ਸਟੈਪ ਰਸੀਆ, ਕੋਲੰਬੀਆ ਹੁੰਦਿਆਂ ਤਕਰੀਬਨ ਇਹਨਾਂ ਨੂੰ ਸਮਾਂ
ਤਕਰੀਬਨ ਜੁਲਾਈ ਤੋਂ ਲੈ ਕੇ 4 ਮਹੀਨੇ ਤਕਰੀਬਨ ਲੱਗ ਗਏ ਇਹਨਾਂ ਨੂੰ ਮੈਕਸੀਕੋ ਪਹੁੰਚਦਿਆਂ। ਮੈਕਸੀਕੋ ਪਹੁੰਚੇ ਮੈਂ ਜੰਗਲਾਂ ਰਾਹੀਂ, ਜਿੱਥੋਂ ਸਟੈਪ ਬਾਏ ਸਟੈਪ ਉਹ ਦੱਸਦਾ ਮੈਂ ਅੱਜ ਇੱਥੇ ਪਹੁੰਚ ਗਿਆ, ਉੱਥੇ 4-5 ਦਿਨ ਸਟੇ, ਫਿਰ ਉੱਥੋਂ ਅੱਗੇ ਉਹ ਦੱਸਦਾ ਵੀ ਇੱਥੇ ਮੈਂ ਪਹੁੰਚ ਗਿਆ। ਆਪਣੀ ਲੋਕੇਸ਼ਨ ਆਪਣੀ ਦੱਸਦਾ ਸੀ, ਮੈਂ ਵੀ ਇਸ ਥਾਂ 'ਤੇ ਪਹੁੰਚ ਗਿਆ ਵਾਂ, ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਆ, ਵੀ ਮੈਂ ਸਹੀ ਪਹੁੰਚਦਾ ਜਾਂ ਜਿੱਥੇ ਜਿੱਥੇ ਜਾਂਦਾ ਆਪਣੀ ਲੋਕੇਸ਼ਨ ਦੱਸੀ ਜਾਂਦਾ ਸੀ। ਪਰ ਲਾਸਟ ਜਦੋਂ ਤਕਰੀਬਨ 4 ਨਵੰਬਰ 1920 ਦੀ ਗੱਲ ਆ, ਵੀ ਉਹਨਾਂ ਜਦੋਂ ਕਹਿੰਦਾ ਵੀ 2 ਘੰਟੇ ਦੇ ਵਿੱਚ ਅਸੀਂ ਉੱਥੇ ਪਹੁੰਚ ਜਾਣਾ ਵਾ, ਕਿਸ਼ਤੀ 'ਚ ਬੈਠੇ ਜਾਂ ਕਿੱਦਾਂ ਕੋਈ ਪਾਣੀ ਵਾਲਾ ਰਸਤਾ ਸੀਗਾ, ਉੱਥੋਂ ਉਹਨਾਂ ਨੇ ਜਾਣਾ ਸੀ। ਕਹਿੰਦਾ ਹੁਣ ਤੁਸੀਂ ਕਾਲ ਨਾ ਕਰੋ, ਰਾਤ ਨੂੰ 12 ਵਜੇ ਕਾਲ ਹੋਈ ਆ। ਉਸ ਤੋਂ ਬਾਅਦ ਉਹਦੀ ਅੱਜ ਤਕਰੀਬਨ 10 ਮਹੀਨੇ ਹੋ ਚੱਲੇ ਆ ਵੀ ਉਹਦੇ ਨਾਲ ਸਾਡੀ ਕੋਈ ਗੱਲ ਨਹੀਂ ਹੋਈ ਬਾਅਦ ਵਿੱਚ। ਹਾਂਜੀ। ਤੇ ਕਿੰਨੇ ਪੈਸੇ ਲਗਾ ਕੇ ਪਰਿਵਾਰ ਦੇ ਵੱਲੋਂ ਭੇਜਿਆ ਸੀਗਾ ਉਹਨੂੰ? ਹੋਰ ਵੀ ਮੁੰਡੇ ਸੀਗੇ ਉਹਦੇ ਨਾਲ ਜਦੋਂ ਸਤਨਾਮ ਘਰੋਂ ਗਿਆ? ਇੱਥੋਂ ਬੱਚਾ ਇੱਕ ਸੀਗਾ, ਇੱਕ ਮੁੰਡਾ ਉੱਥੋਂ ਇਹਨਾਂ ਰਸਤੇ ਦੇ ਵਿੱਚ ਤਕਰੀਬਨ ਫਰੀਦਕੋਟ ਦਾ ਮੁੰਡਾ ਸੀ ਗੁਰਤੇਜ, ਔਰ ਇੱਕ ਨਵੇਂ ਸ਼ਹਿਰ ਦਾ ਹੀ ਬੰਗੇ ਦਾ ਮੁੰਡਾ, ਤਕਰੀਬਨ ਉਹਦਾ ਨਾਮ ਸੀਗਾ ਬਲਬੀਰ। ਉਹ ਦਰਸ਼ਕਾਂ ਨੂੰ ਥੋੜਾ ਜਿਹਾ ਵੀ 2 ਤਸਵੀਰਾਂ ਹੁਣ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੇ ਮਿਸਿੰਗ ਦੇ ਬਾਰੇ ਦੱਸਿਆ ਜਾ ਰਿਹਾ। ਉਹਨਾਂ ਦੇ ਵਿੱਚ ਇੱਕ ਸਤਨਾਮ ਸਿੰਘ ਹੈ, ਜਿੱਥੇ ਆਪਾਂ ਜਿਸ ਪਰਿਵਾਰ ਦੇ ਕੋਲ ਬੈਠੇ ਹਾਂ, ਪਿੰਡ ਆਲਮਾ, ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ। ਤਾਂ ਦੂਸਰਾ ਨੌਜਵਾਨ ਬਲਬੀਰ ਸਿੰਘ ਹੈ, ਜੋ ਬੰਗਿਆਂ ਦੇ ਨੇੜੇ ਉਸਦਾ ਪਿੰਡ ਹੈ, ਬੰਗਿਆਂ ਦਾ ਰਹਿਣ ਵਾਲਾ ਹੈ, ਬੰਗਿਆਂ ਸ਼ਹਿਰ ਦੇ ਨਾਲ ਸੰਬੰਧ ਰੱਖਦਾ ਹੈ। ਉਸ ਪਰਿਵਾਰ ਦੇ ਕੋਲ ਵੀ ਕੋਸ਼ਿਸ਼ ਕਰਾਂਗੇ ਅਸੀਂ ਬਾਅਦ ਵਿੱਚ ਜਾਣ ਦੀ, ਪਰ ਫਿਲਹਾਲ ਅਸੀਂ ਸਤਨਾਮ ਸਿੰਘ ਦੇ ਪਰਿਵਾਰ ਦੇ ਨਾਲ ਗੱਲਬਾਤ ਕਰ ਰਹੇ ਹਾਂ, ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਵੇਂ ਸਤਨਾਮ ਨੂੰ ਘਰੋਂ ਭੇਜਿਆ ਸੀਗਾ। ਅੱਛਾ, ਇਹ ਜਿਹੜੇ 4-5 ਉਦੋਂ ਤੁਹਾਡੇ ਨਾਲ ਜਦੋਂ ਪਿੰਡੋਂ ਗਿਆ ਦਿੱਲੀ ਤੇ ਵੀ ਗੱਲ ਸਹੀ ਕਰਦਾ ਸੀਗਾ, ਰਾਹ ਜਿਵੇਂ ਉਹ ਪੜਾਅ ਆਪਣਾ ਪੂਰਾ ਕਰਦਾ ਸੀ, ਗੱਲਬਾਤ ਸਹੀ ਹੁੰਦੀ ਸੀ? ਹਾਂਜੀ, ਉਹਨਾਂ ਨਾਲ ਠੀਕ ਠਾਕ ਗੱਲਬਾਤ ਸਟੈਪ ਬਾਏ ਸਟੈਪ ਗੱਲ ਕਰਦਾ ਸੀ ਆਪਣਾ, ਠੀਕ ਠਾਕ ਆ, ਮੈਨੂੰ ਇੱਦਾਂ ਪ੍ਰੋਬਲਮ ਨਹੀਂ ਹੈ। ਜਦੋਂ ਇਹਨੂੰ ਦੱਸਦੇ ਮੈਂ ਏਜੰਟ ਦਿੱਲੀ ਦਾ ਜਿਹੜਾ ਏਜੰਟ ਸੀਗਾ, ਤੇ ਹਰਿਆਣੇ ਦਿੱਲੀ ਦਾ ਏਜੰਟ ਸੀਗਾ, ਉਹਨਾਂ ਨਾਲ ਮੈਨੂੰ ਦੱਸੀਦਾ ਵੀ ਹਾਂ ਵੀ ਇਹਨੂੰ ਕੋਈ ਪ੍ਰੋਬਲਮ ਪੈਸੇ ਦੇ ਦੀ ਨਾ ਆਵੇ, ਤੇ ਉਹ ਏਜੰਟ ਜਿਹੜਾ ਸਾਨੂੰ ਭਰੋਸਾ ਦਿਵਾਉਂਦਾ ਸੀ ਵੀ ਨਹੀਂ ਕੋਈ ਪ੍ਰੋਬਲਮ ਨਹੀਂ ਆਉਂਦੀ। ਕੌਣ ਸੀਗਾ ਉਹ ਏਜੰਟ? ਕੀ ਨਾਮ? ਏਜੰਟ ਦਾ ਨਾਮ ਮੈਨੂੰ ਪੂਰਾ ਪਤਾ ਨਹੀਂ, ਵੈਸੇ ਕਾਕਾ ਕਹਿੰਦੇ ਸੀ ਉਹਦਾ ਨਾਮ। ਪੰਜਾਬ ਦਾ ਜਾਂ ਹਰਿਆਣੇ ਦਾ? ਹਰਿਆਣੇ ਦਾ। ਹਰਿਆਣਾ ਉਹ 2 ਏਜੰਟ ਸੀ ਜਿਹਨੇ ਸਾਡੀ ਗੱਲ ਕਰਾਈ ਸੀ, ਉਹ ਹਰਿਆਣੇ ਦਾ ਸੀ। ਜਿਹੜਾ ਅੱਗੇ ਜਿਹੜਾ ਸੀ ਉਹ ਏਜੰਟ ਉਹ ਦਿੱਲੀ ਦਾ ਸੀ ਮੇਰੇ ਖਿਆਲ। ਹਾਂਜੀ। ਕਿੰਨੇ ਲੱਖ ਦੇ ਵਿੱਚ ਡੀਲ ਹੋਈ ਸੀ ਬੱਚੇ ਨੂੰ ਅਮਰੀਕਾ ਪਹੁੰਚਾਉਣ ਦੀ? ਤਕਰੀਬਨ ਮਤਲਬ ਉਹਦੇ ਨਾਲ ਸਾਡੀ 22 ਲੱਖ ਦੀ ਗੱਲ ਹੋਈ ਸੀ, ਵੀ ਜਿਹੜਾ 20 ਤੋਂ 22 ਲੱਖ ਸਾਡਾ ਜਿਹੜਾ ਉੱਥੇ ਪਹੁੰਚਣ ਤੱਕ ਉਹਨੇ ਸਾਡੀ ਮਤਲਬ ਕੰਧ ਟਪਾਉਣੀ ਸੀਗੀ। ਹਾਂਜੀ। ਬਾਕੀ ਉਹਨੂੰ ਤਕਰੀਬਨ ਪੈਸੇ ਸਾਰੇ ਤਕਰੀਬਨ ਅਸੀਂ ਦੇ ਦਿੱਤੇ ਸੀ, ਉਹਨੇ ਸਾਨੂੰ ਮਤਲਬ ਭਰੋਸਾ ਦਿਵਾਇਆ ਸੀ ਵੀ ਹਾਂ ਠੀਕ ਠਾਕ ਬੰਦਾ ਤੁਹਾਡਾ ਪਹੁੰਚ ਜਾਏਗਾ। ਅਤੇ ਗਵਾਟਾਮਾਲਾ ਜਾਂ ਮੈਕਸੀਕੋ ਦੇ ਵਿੱਚ ਜਾ ਕੇ ਉਹਦੀ ਜਿਹੜੀ ਸਾਡੀ ਡੀਲ ਉਹਦੇ ਨਾਲ ਹੈਗੀ ਆ, ਵੀ ਇਹਨਾਂ ਨੇ ਜਾ ਕੇ ਪਤਾ ਨਹੀਂ ਕੀ ਕੀਤਾ, ਸਮਝ ਨਹੀਂ ਲੱਗੀ ਮੈਨੂੰ ਉਹਦੀ ਅੱਗੇ, ਵੀ ਜਾਂ ਏਜੰਟ ਬਦਲਿਆ ਜਾਂ ਕੀ ਕੀਤਾ, ਉੱਥੇ ਗਾਹ ਜਾ ਕੇ ਨਹੀਂ ਗੱਲ ਕੋਈ ਬਣੀ ਇਹਨਾਂ ਦੀ। ਇੱਥੇ ਮੈਕਸੀਕੋ ਤੱਕ ਪਹੁੰਚ ਗਿਆ ਸੀ ਬੰਦਾ ਉਹ। ਹਾਂਜੀ, ਮੈਕਸੀਕੋ ਸਹੀ ਸਲਾਮਤ, ਕੋਈ ਮਤਲਬ ਉਹਨੂੰ ਕੋਈ ਪ੍ਰੋਬਲਮ ਨਹੀਂ। ਹੋਟਲ ਵਿੱਚ ਸਟੇ ਕੀਤਾ ਸੀ, ਅਤੇ ਸਟੇ ਕਰਕੇ ਉਹਨਾਂ ਸਾਨੂੰ ਗੱਲ ਕੀਤੀ, ਰੋਟੀ ਖਾਂਦਿਆਂ ਗੱਲ ਕੀਤੀ ਵੀ ਹਾਂ ਚਾਚਾ ਜੀ ਅਸੀਂ ਠੀਕ ਠਾਕ ਪਹੁੰਚ ਗਏ ਮੈਕਸੀਕੋ। ਮੈਕਸੀਕੋ ਦਾ ਤਜਵਾਨਾ ਸਿਟੀ, ਜਿੱਥੇ ਉਹ ਹੋਟਲ ਦੇ ਵਿੱਚ ਠਹਿਰੇ ਹੋਏ ਸੀ, ਉੱਥੋਂ ਤਜਵਾਨਾ ਤੋਂ ਅੱਗੇ ਉਹਨਾਂ ਦਾ ਰਵਾਨਾ ਹੋਣਾ ਸੀਗਾ। ਪਾਣੀ ਪਤਾ ਨਹੀਂ ਲੰਘਣਾ ਸੀ ਜਾਂ ਕੀ ਕਿਸ ਤਰੀਕੇ ਨਾਲ, ਉਹਦਾ ਅੱਗੋਂ ਸਾਨੂੰ ਮਤਲਬ ਪਹਿਲਾਂ ਤਾਂ ਕਹਿੰਦੇ ਬਾਈ ਰੋਡ ਹੀ ਜਾਣਾ। ਜਦੋਂ ਏਜੰਟ ਦੇ ਵੱਲੋਂ ਜਿਹੜੀ ਕਾਕੇ ਏਜੰਟ ਦੀ ਗੱਲ ਕਰ ਰਹੇ ਹੋ, ਹਰਿਆਣਾ ਦਾ ਦੱਸ ਰਹੇ ਹੋ, ਜਦੋਂ ਇਹ ਸਾਰੀ ਡੀਲ ਹੋਈ ਸੀ ਉਹਨੇ ਦੱਸਿਆ ਸੀਗਾ ਵੀ ਇੰਨੇ ਔਖੇ ਰਾਹਾਂ ਦੇ ਵਿੱਚੋਂ, ਜੰਗਲਾਂ ਦੇ ਵਿੱਚੋਂ ਬੱਚਿਆਂ ਨੂੰ ਜਾਣਾ ਪਏਗਾ, ਨੌਜਵਾਨਾਂ ਨੂੰ ਜਿਹੜੇ ਤੁਸੀਂ ਆਪਣਾ ਸਤਨਾਮ ਸਿੰਘ ਨੂੰ ਭੇਜਿਆ, ਕੋਈ ਇੱਦਾਂ ਦੀ ਗੱਲ ਦੱਸੀ ਸੀ ਵੀ ਇੰਨੇ ਔਖੀ ਤੰਗੀ ਦੇ ਵਿੱਚ ਜਾਊ? ਨਹੀਂ, ਉਹਨਾਂ ਨੇ ਆਖਿਆ ਵੀ ਨਹੀਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ, ਬੰਦਾ ਬਿਲਕੁਲ ਸੇਫਟੀ ਦੇ ਨਾਲ ਅਸੀਂ ਬੰਦਾ ਪਹੁੰਚਾਵਾਂਗੇ ਉੱਥੇ, ਵੀ ਕੋਈ ਤੰਗੀ ਨਹੀਂ ਆਊਗੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ। ਇਸ ਤਰੀਕੇ ਨਾਲ ਬੱਚੇ ਅਸੀਂ ਜਾਂ ਭੇਜਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈਗੀ। ਮਤਲਬ ਕੋਈ ਰਸਤੇ ਦੇ ਵਿੱਚ ਸਾਨੂੰ ਇਹ ਦੱਸਿਆ ਵੀ ਕੋਈ ਵੀ ਤੰਗੀ ਨਹੀਂ ਹੈਗੀ। ਪੇਮੈਂਟ ਸਾਰੇ ਜਿੰਨੇ ਤੁਸੀਂ ਦੱਸ ਰਹੇ ਹੋ 20 ਤੋਂ 22 ਲੱਖ ਰੁਪਇਆ ਸਾਰਾ ਪੇ ਕਰ ਦਿੱਤਾ ਸੀ? ਸਟੈਪ ਬਾਏ ਸਟੈਪ ਉਹਨਾਂ ਨੂੰ ਅਸੀਂ ਪੇਮੈਂਟ ਕਰੀ ਜਾਂਦੇ ਸੀ, ਜਿੱਦਾਂ ਪਹੁੰਚਦਾ, ਜਿੱਥੇ ਪਹੁੰਚਦਾ ਵੀ ਇੰਨੇ ਸਾਨੂੰ ਦੇ ਦੇ, ਇੰਨੇ ਦੇ ਦਿਓ, ਮਤਲਬ ਇੱਦਾਂ ਇਹਨਾਂ ਨੂੰ ਪੈਸੇ ਅਸੀਂ ਦੇਈ ਗਏ ਸੀ ਸਾਰੇ ਨਾਲ। ਅੱਛਾ, ਲਾਸਟ 'ਚ ਉਦੋਂ ਸਤਨਾਮ ਨੇ ਗੱਲ ਕੀਤੀ, ਉਦੋਂ ਸਤਨਾਮ ਇਹੀ ਦੱਸਿਆ ਵੀ ਮੈਂ ਇੱਕ ਹੁਣ ਦਰਿਆ ਨੂੰ ਪਾਰ ਕਰਨਾ ਸੀ, ਕੁਛ ਇੱਦਾਂ ਦੀ ਗੱਲਬਾਤ ਹੋਈ ਸੀ ਫੋਨ? ਹਾਂਜੀ, ਉਹਨਾਂ ਦੱਸਿਆ ਵੀ ਕੋਈ ਬੀਚ ਰਾਹੀਂ ਜਾਂ ਪਾਣੀ ਦੇ ਰਾਹੀਂ ਮਤਲਬ ਰਸਤੇ ਜਾਣਾ, ਅਸੀਂ ਹੁਣ ਅਸੀਂ ਬਹਿ ਕੇ ਕੋਈ ਸਰਕਾਰੀ ਕਿਸ਼ਤੀ ਦੇ ਵਿੱਚ ਬਹਿਣਾ, ਅਤੇ ਉੱਥੋਂ ਬੈਠ ਕੇ ਅਸੀਂ ਮਤਲਬ ਅਮਰੀਕਾ ਦੇ ਵਿੱਚ ਇਹਨੂੰ ਹੋ ਜਾਣਾ ਵਾ। ਅਤੇ ਲਾਸਟ ਰਾਤ ਨੂੰ ਇਹਨਾਂ ਨਾਲ ਘਰਦਿਆਂ ਨਾਲ ਗੱਲ ਇੱਥੇ ਤਕਰੀਬਨ 12 ਵਜੇ ਗੱਲ ਹੋਈ ਬੇਟਾ, ਤਕਰੀਬਨ 12 ਕੁ ਵਜੇ ਨਾਲ ਗੱਲ ਹੋਈ ਆ। ਉਸ ਤੋਂ ਬਾਅਦ ਉਹਨਾਂ ਦੀ ਸਾਡੇ ਨਾਲ ਕੋਈ ਗੱਲ ਨਹੀਂ ਹੋਈ, ਕਹਿੰਦੇ ਵੀ 2 ਘੰਟੇ ਬਾਅਦ ਅਸੀਂ ਪਹੁੰਚ ਜਾਣਾ। ਮਤਲਬ ਉਹ 2 ਘੰਟੇ ਅੱਜ ਤੱਕ ਆਉਣ ਡੇ ਨੇ, ਅੱਜ ਤੱਕ ਉਹ 2 ਘੰਟੇ ਨਹੀਂ ਆਏ ਤਕਰੀਬਨ। ਅੱਜ ਸਤਨਾਮ ਦੇ ਮਾਤਾ ਜੀ ਵੀ ਸਾਡੇ ਨਾਲ ਨੇ, ਉਹਨਾਂ ਨਾਲ ਵੀ ਕੋਸ਼ਿਸ਼ ਕਰਦੇ ਹਾਂ ਗੱਲਬਾਤ ਕਰਨ ਦੀ। ਇੱਕ ਹੋਰ ਦੁੱਖ ਇਸ ਪਰਿਵਾਰ ਦੇ ਉੱਤੇ ਵਾਪਰਿਆ ਵੀ ਸਤਨਾਮ ਦੇ ਪਿਤਾ ਜੀ, ਜਦੋਂ ਸਤਨਾਮ ਦਾ 1 ਸਾਲ ਤੋਂ ਕੋਈ ਪਤਾ ਨਹੀਂ ਆਇਆ, ਕੋਈ ਫੋਨ ਕਾਲ ਨਹੀਂ ਆਈ, ਆਖਰੀ ਕਾਲ ਜਿਹੜੀ ਆਈ ਸੀ ਉਸ ਤੋਂ ਬਾਅਦ ਤਕਰੀਬਨ 1 ਸਾਲ ਦਾ ਸਮਾਂ ਬੀਤ ਚੁੱਕਿਆ ਹੈ, ਤਾਂ ਸਤਨਾਮ ਦੇ ਪਿਤਾ ਜੀ ਬਿਮਾਰ ਰਹਿਣ ਲੱਗੇ, ਉਹਨਾਂ ਦੇ ਦਿਮਾਗ ਦੇ ਉੱਤੇ ਪਰੇਸ਼ਾਨੀ ਵਧੀ, ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਰਹਿਣ ਲੱਗ ਪਏ। ਤਾਂ ਕੁਝ ਦਿਨ ਪਹਿਲਾਂ ਉਹ ਵੀ ਉਹਨਾਂ ਦੀ ਜਿਹੜੀ ਹੈ ਜਾਨ ਚਲੀ ਗਈ ਹੈ।
ਸੋ ਬੜੇ ਦੁੱਖ ਦਾ ਸਮਾਂ ਪਰਿਵਾਰ ਦੇ ਉੱਤੇ ਕਿ ਇੱਕੋ ਇੱਕ ਪੁੱਤ ਸੀਗਾ, ਇਕਲੌਤਾ ਪੁੱਤ ਸੀਗਾ, ਉਹ ਉਸ ਦਾ ਕੋਈ ਪਤਾ ਨਹੀਂ ਲੱਗ ਰਿਹਾ ਵੀ ਉਹ ਹੈ ਕਿੱਥੇ ਹੈ, ਜੇਲ੍ਹ ਦੇ ਵਿੱਚ ਹੈ, ਅਮਰੀਕਾ ਦੇ ਵਿੱਚ ਹੈ ਜਾਂ ਮੈਕਸੀਕੋ ਦੇ ਕਿਸੇ ਜੇਲ੍ਹ ਦੇ ਵਿੱਚ, ਕੈਂਪ ਦੇ ਵਿੱਚ ਹੈ। ਇਸ ਦੀ ਅਜੇ ਤੱਕ ਕੋਈ ਵੀ ਖਬਰ ਪਰਿਵਾਰ ਨੂੰ ਨਹੀਂ ਮਿਲੀ। ਹਾਲਾਂਕਿ ਪਰਿਵਾਰ ਦਾ ਚੰਗਾ ਭਵਿੱਖ ਬਣਾਉਣ ਦੇ ਲਈ ਉਸ ਬੱਚੇ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਵੀ ਮੈਂ ਅਮਰੀਕਾ ਜਾਊਂਗਾ, 4 ਪੈਸੇ ਕਮਾਊਂਗਾ ਅਤੇ ਆਰਥਿਕ ਹਾਲਤ ਸੁਧਾਰੂੰਗਾ, ਆਪਣੀ ਛੋਟੀ ਭੈਣ ਦਾ ਵਿਆਹ ਕਰਾਂਗਾ। ਸਤਨਾਮ ਦੇ ਮਾਤਾ ਜੀ ਨੇ ਆਖਰੀ ਵਾਰ ਤੁਹਾਡੀ ਕਦੋਂ ਮਾਤਾ ਜੀ ਗੱਲ ਹੋਈ ਸੀ ਸਤਨਾਮ ਦੇ ਨਾਲ? ਰਾਤ ਨੂੰ ਹੋਈ 12-1 ਵਜੇ ਨਹੀਂ, ਬਸ ਮੈਨੂੰ ਇੰਨੀ ਗੱਲ ਗਈ ਹੈ ਵੀ ਮੰਮੀ ਅਸੀਂ ਚੱਲੇ ਹੁਣ, ਤੁਸੀਂ ਅਰਦਾਸ ਕਰੋ ਵੀ ਅਸੀਂ 2 ਘੰਟਿਆਂ 'ਚ ਪਹੁੰਚ ਜਾਣਾ ਵਾ। ਹੋਰ ਕੋਈ ਗੱਲ ਨਹੀਂ ਹੋਈ ਇਹ ਤੋਂ ਵੱਧ। ਉਸ ਤੋਂ ਪਹਿਲਾਂ ਗੱਲ ਕਰਦਾ ਸੀ, ਰੋਜ਼ ਫੋਨ ਆਉਂਦਾ ਸੀਗਾ, ਦੱਸਦਾ ਸੀਗਾ, ਕੀ ਦੱਸਦਾ ਹੁੰਦਾ ਸੀਗਾ? ਕੋਈ ਤੰਗੀ ਪੇਸ਼ੀ ਵਾਲੀ ਗੱਲ ਦੱਸਦਾ? ਇਹੋ ਜਿਹੀ ਕੋਈ ਗੱਲ ਨਹੀਂ ਉਹਨੇ ਕਹੀ ਹੈਗੀ ਵੀ ਮੈਂ ਠੀਕ ਠਾਕ ਆ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜਾਣਦੇ ਆ। ਰਸਤੇ 'ਚ ਵੀ ਕੋਈ ਇਹੋ ਜਿਹੀ ਰੁਕਾਵਟ ਨਹੀਂ ਆਈ ਜਿਹਦੇ ਨਾਲ ਵੀ ਮਤਲਬ ਉਹਨੂੰ ਪਰੇਸ਼ਾਨੀ ਹੋਈ ਹੈ। ਸਤਨਾਮ ਜਦੋਂ ਮੈਕਸੀਕੋ ਪਹੁੰਚਿਆ ਉਦੋਂ ਤੁਹਾਨੂੰ ਆਖਰੀ ਕਾਲ ਕੀਤੀ, ਕਿੰਨਾ ਕੁ ਸਮਾਂ ਹੋ ਗਿਆ ਉਹ ਜਿਹੜੀ ਆਖਰੀ ਕਾਲ ਕੀਤਿਆਂ ਨੂੰ, ਤੁਹਾਡੇ ਨਾਲ ਗੱਲ ਹੋਇਆ ਨੂੰ? ਹਾਂਜੀ 20 ਨਵੰਬਰ ਨੂੰ ਹੋਈ ਰਾਤ ਨੂੰ ਉਦੋਂ ਬਸ। 2019 20 ਨਵੰਬਰ 2019 ਦੀ ਮਤਲਬ ਮੱਧ ਰਾਤ ਨੂੰ ਜਦੋਂ? ਹਾਂਜੀ ਉਹੀ ਹੋਈ ਗੱਲ ਬਸ। ਉਸ ਤੋਂ ਬਾਅਦ ਕੋਈ ਕਾਲ ਨਹੀਂ ਆਈ ਉਹਦੀ। ਉੱਥੋਂ ਤੁਸੀਂ ਕੋਈ ਅਮਰੀਕਾ ਰਿਸ਼ਤੇਦਾਰ ਕੋਈ ਤੁਹਾਡਾ ਜਾਂ ਕਿਸੇ ਕੋਲੋਂ ਕੋਸ਼ਿਸ਼ ਕੀਤੀ, ਏਜੰਟ ਨੂੰ ਗੱਲ ਕੀਤੀ ਤੁਸੀਂ? ਏਜੰਟ ਕੀ ਕਹਿੰਦਾ ਜਿਹਨੇ ਇੰਨੇ 20-22 ਲੱਖ ਰੁਪਈਆ ਵੀ ਲੈ ਲਿਆ ਔਰ ਅੱਜ ਬੱਚੇ ਦਾ ਪਤਾ ਨਹੀਂ ਲੱਗ ਰਿਹਾ? ਏਜੰਟ ਨਾਲ ਗੱਲ ਹੋਈ ਕੋਈ? ਉਹ ਪੱਲਾ ਫੜੋ। ਕੋਈ ਗੱਲ ਨਹੀਂ ਹੋਈ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਮੇਰੀ। ਉਹਨੂੰ ਫੋਨ ਨਹੀਂ ਚੁੱਕਦੇ ਹੈਗੇ। ਏਜੰਟ ਨੂੰ ਫੋਨ ਕਰਦੇ ਤੁਸੀਂ, ਗੱਲ ਨਹੀਂ ਕਰਦੇ? ਨਹੀਂ ਉਹ ਨਹੀਂ ਗੱਲ ਕਰਦੇ, ਚੁੱਕਦੇ ਨਹੀਂ ਹੈ। ਕੋਈ ਅਮਰੀਕਾ ਦੇ ਵਿੱਚ ਤੁਹਾਡੇ ਭੈਣ ਭਰਾ ਰਿਸ਼ਤੇਦਾਰ ਹੋਣਗੇ, ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ? ਕਿਸੇ ਨਾਲ ਗੱਲ ਕੀਤੀ ਉੱਥੇ ਅਮਰੀਕਾ ਦੇ ਵਿੱਚ ਉਹਨਾਂ ਦੀ ਜਿਹੜਾ ਪੁਲਿਸ ਦੇ ਨਾਲ ਗੱਲ ਜਾਂ ਆਪਾਂ ਇਮੀਗ੍ਰੇਸ਼ਨ ਵਿਭਾਗ ਦੇ ਨਾਲ, ਕੁਛ ਪਤਾ ਲੱਗ ਰਿਹਾ ਕੁਛ? ਉੱਥੇ ਉਹ ਚਾਚਾ, ਉਹਦੇ 2 ਚਾਚੇ ਨੇ ਮਤਲਬ ਉੱਥੇ ਨੇ ਅਮਰੀਕਾ ਦੇ ਵਿੱਚ, ਪਰ ਉਹਨਾਂ ਨੇ ਬੜੀ ਕੋਸ਼ਿਸ਼ ਕਰ ਰਹੇ ਨੇ ਉਹ ਵੀ ਆਪਣੇ ਵੱਲੋਂ, ਪਰ ਉਹਨਾਂ ਦੀ ਕੋਈ ਮਤਲਬ ਉੱਥੇ ਪੇਸ਼ ਨਹੀਂ ਚੱਲ ਰਹੀ। ਉਹ ਵੀ ਇਸ ਤਰੀਕੇ ਨਾਲ ਹੀ ਤਕਰੀਬਨ ਗਏ ਸੀ ਉਹ, ਪਰ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਉੱਥੋਂ ਮਤਲਬ ਵੀ ਉਹਦਾ ਕੋਈ ਪਤਾ ਕਰੀਏ। ਇਮੀਗ੍ਰੇਸ਼ਨ 'ਤੇ ਵੀ ਉਹ ਗਏ ਆ, ਪਰ ਉਸ ਸਤਨਾਮ ਨਾਂ ਦਾ ਕੋਈ ਮਤਲਬ ਜਿੱਦਾਂ ਕਹਿੰਦੇ ਨੇ ਕੋਈ ਨੈੱਟ 'ਤੇ ਆ ਜਾਂਦੀ ਕੋਈ ਚੀਜ਼, ਪਰ ਅਜੇ ਤੱਕ ਸਤਨਾਮ ਦਾ ਬੰਦਾ ਕੋਈ ਨਹੀਂ, ਅਜੇ ਤੱਕ ਉਹਨਾਂ ਨੂੰ ਮਿਲਿਆ ਨਹੀਂ ਅਜੇ ਤੱਕ ਕੋਈ। ਏਜੰਟ ਦੇ ਨਾਲ ਕੋਸ਼ਿਸ਼ ਕੀਤੀ ਤੁਸੀਂ ਰਾਬਤਾ ਕਾਇਮ ਕਰਨ ਦੀ? ਕਿਉਂਕਿ ਏਜੰਟ ਦੀ ਜ਼ਿੰਮੇਵਾਰੀ ਬਣਦੀ ਹੈ ਜਦੋਂ ਇੰਨੇ ਪੈਸੇ ਲੈ ਲਏ, ਘਰਦਿਆਂ ਨੂੰ ਸੁਪਨੇ ਦਿਖਾ ਦਿੱਤੇ, ਉਸ ਬੱਚੇ ਨੂੰ ਸੁਪਨੇ ਦਿਖਾ ਦਿੱਤੇ ਵੀ ਤੈਨੂੰ ਸਹੀ ਸਲਾਮਤ ਥੋੜ੍ਹੇ ਦਿਨਾਂ ਦੇ ਵਿੱਚ ਅਮਰੀਕਾ ਪਹੁੰਚਾ ਦਿਆਂਗੇ, ਤਾਂ ਫਿਰ ਜਿਹੜੇ ਹੁਣ ਇਹ ਹਾਲਾਤ ਬਣੇ ਨੇ, ਏਜੰਟ ਦੇ ਨਾਲ ਗੱਲਬਾਤ ਹੋਈ ਹੈ ਕੋਈ? ਏਜੰਟ ਨਾਲ ਦੁਬਾਰਾ ਉਹ ਕੋਈ ਗੱਲ ਚੁੱਕਦੇ ਨਹੀਂ ਫੋਨ, ਮਤਲਬ ਫੋਨ ਕਰਦੇ ਆ ਉਹਨਾਂ ਨੂੰ, ਫੋਨ ਨਹੀਂ ਚੱਕਦੇ। ਪਹਿਲਾਂ ਉਹ ਮਹੀਨਾ ਕੁ ਦੱਸਦਾ ਰਿਹਾ ਵੀ ਠੀਕ ਠਾਕ ਆ, ਠੀਕ ਠਾਕ ਪਹੁੰਚ ਗਏ, ਫੜੇ ਗਏ, ਅੱਗੇ ਜਾ ਕੇ ਫੜੇ ਗਏ, ਤੁਹਾਨੂੰ ਦੱਸ ਦੇਣਾ, ਪਤਾ ਲੱਗ ਜਾਣਾ। ਬਾਅਦ ਵਿੱਚ ਉਹ ਫੋਨ ਨਾਲ ਬੰਦ ਕਰਦਾ, ਚੁੱਕਦੇ ਨਹੀਂ ਫੋਨ। ਮੁੜ ਕੇ ਉਹਨਾਂ ਦੁਬਾਰਾ ਸਾਡਾ ਫੋਨ ਚੁੱਕਿਆ ਨਹੀਂ ਉਹਨਾਂ ਨੇ। ਤਕਰੀਬਨ ਮਹੀਨਾ ਇੱਕ ਤਸੱਲੀ ਦਿੰਦੇ ਰਹੇ ਬੰਦੇ, ਸਾਡੇ ਵੀ ਫੜੇ ਗਏ, ਉਹਨਾਂ ਦੇ ਵੀ ਫੜੇ ਗਏ ਜਿਹੜੇ ਤੁਹਾਡੇ ਨਾਲ ਹੀ। ਬਾਅਦ ਵਿੱਚ ਉਹਨਾਂ ਨੇ ਕੋਈ ਸਾਡਾ ਫੋਨ ਅਟੈਂਡ ਨਹੀਂ ਕੀਤਾ, ਫੋਨ ਡਰੋਪ ਕਰ ਦਿੰਦੇ, ਚੱਕਦੇ ਨਹੀਂ ਕਾਲ। ਸਤਨਾਮ ਦੇ ਪਿਤਾ ਜੀ ਵੀ ਕੁਝ ਦਿਨ ਪਹਿਲਾਂ ਪਤਾ ਲੱਗਿਆ ਵੀ ਉਹਨਾਂ ਦੀ ਵੀ ਜਾਨ ਗਈ ਹੈ, ਉਹ ਕਿਵੇਂ, ਕੀ ਗੱਲ ਸੀ ਉਹਨਾਂ ਨੂੰ? ਉਹ ਉਹਨਾਂ ਦੇ ਪਿਤਾ ਹੀ ਤੁਹਾਨੂੰ ਪਤਾ ਜਦੋਂ ਇੱਕ ਬੱਚਾ ਚਲੇ ਜਾਂਦਾ, ਕੋਈ ਮਤਲਬ ਤਕਰੀਬਨ 1.5 ਸਾਲ ਹੋ ਗਿਆ, ਉਹਦੀ ਟੈਨਸ਼ਨ ਤਕਰੀਬਨ ਉਹਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਸੀਗੀ। ਸਾਨੂੰ ਦੱਸਦੇ ਨਹੀਂ ਵੈਸੇ, ਪਰ ਉਹ ਟੈਨਸ਼ਨ ਤੇ ਅੰਦਰੋਂ ਅੰਦਰ ਹੀ ਰੱਖਦਾ ਸੀਗਾ। ਅਤੇ ਥੋੜ੍ਹੇ ਦਿਨ ਹੀ ਹੋਏ, ਮਤਲਬ 2 ਹਫ਼ਤੇ ਤਕਰੀਬਨ 3 ਹਫ਼ਤੇ ਹੋ ਗਏ ਬਿਮਾਰ, ਨਾਰਮਲੀ ਬਿਮਾਰ ਹੋਏ ਆ, ਅਤੇ ਜਲੰਧਰ ਖੜਿਆ, ਉਹਨਾਂ ਨੂੰ ਦਾਖਲ ਕਰਾਇਆ ਸੀ। ਅਤੇ ਅਚਾਨਕ ਹੀ ਮਤਲਬ ਕੋਈ ਜ਼ਿਆਦਾ ਪਹਿਲੇ ਸਮੇਂ ਤੋਂ ਜ਼ਿਆਦਾ ਬਿਮਾਰ ਨਹੀਂ, ਨਾਰਮਲੀ ਜ਼ਿਆਦਾ ਉਹਨਾਂ ਦੀ ਟੈਨਸ਼ਨ ਦੇ ਨਾਲ ਹੀ ਤਕਰੀਬਨ ਉਹਨਾਂ ਦੀ ਸਮਝ ਲਓ ਜਾਂ ਘਟਨਾ ਹੋਈ ਹੈ। ਕਿਵੇਂ ਸਤਨਾਮ ਨੂੰ ਜਦੋਂ ਭੇਜਿਆ ਸੀਗਾ, ਕਿਵੇਂ ਪੈਸੇ ਇਕੱਠੇ ਕੀਤੇ ਸੀ? ਵੱਡੀ ਰਕਮ ਸੀ 20 ਤੋਂ 22 ਲੱਖ ਰੁਪਏ ਦੀ। ਔਰ ਕੀ ਕਾਰੋਬਾਰ ਕੀ ਹੈ ਪਰਿਵਾਰ ਦਾ, ਕੀ ਕੰਮ ਕਰਦੇ ਨੇ? ਜ਼ਿਮੀਂਦਾਰਾਂ ਮਤਲਬ ਖੇਤੀ ਲਿਮਟ ਬਣਾ ਕੇ ਪੈਸੇ, ਕੁਝ ਪੈੜਾ ਥੋੜ੍ਹਾ ਸਮਾਂ ਮਤਲਬ ਪੈਲੀ ਵੇਚ ਕੇ ਅਤੇ ਲਿਮਟ ਬਣਾ ਕੇ, ਕੁਝ ਸੱਜਣਾ ਆਪਣੇ ਰਿਸ਼ਤੇਦਾਰਾਂ ਕੋਲ ਥੋੜ੍ਹੇ ਬਹੁਤੇ ਪੈਸੇ ਇਕੱਠੇ ਕਰਕੇ ਅਤੇ ਉਹਨੂੰ ਭੇਜਿਆ ਸੀਗਾ। ਅਤੇ ਮੈਂ ਕੋਈ ਫੌਜ ਦੇ ਵਿੱਚ ਡਿਊਟੀ ਕਰਨ ਦਿਆਂ, ਕੁਝ ਥੋੜ੍ਹੇ ਬਹੁਤੇ ਮੈਂ ਦਿੱਤੇ ਸੀ। ਚੱਲ ਇਹ ਸਾਡਾ ਬੱਚਾ ਚੱਲ ਜਾਏਗਾ ਅਤੇ ਇਹਦੀ ਲਾਈਫ ਬਣ ਜਾਏਗੀ, ਚਲੋ ਆਪਣੇ ਮਤਲਬ ਥੋੜ੍ਹੀ ਆਪਣੀ ਜੀਵਨ ਚੰਗੀ ਤਰ੍ਹਾਂ ਬਤੀਤ ਕਰਨਗੇ। ਪਰ ਉਹ ਇਹੋ ਹੀ ਪੈਸਾ ਤਾਂ ਇਕੱਠਾ ਇੱਦਾਂ ਹੀ ਕੀਤਾ, ਰਲ ਮਿਲ ਕੇ ਇਕੱਠਾ, ਬਹੁਤ ਕਿਸੇ ਕੋਲ ਪੈਸਾ ਤਾਂ ਹੁੰਦਾ ਨਹੀਂ ਇਹਨਾਂ ਕੋਲ। ਸਤਨਾਮ ਦੇ ਦਾਦਾ ਜੀ ਵੀ ਸਾਡੇ ਨਾਲ ਨੇ। ਬਾਪੂ ਜੀ, ਗੱਲ ਹੋਈ ਸਤਨਾਮ ਦੇ ਨਾਲ ਤੁਹਾਡੀ? ਕਦੋਂ ਗੱਲ ਹੋਈ ਆਖਰੀ ਵਾਰ? ਮੇਰੀ ਕੋਈ ਗੱਲ ਨਹੀਂ ਹੋਈ, ਮੇਰੇ ਤੋਂ ਜਾਣ ਲੱਗਾ ਮਿਲਿਆ, ਉਦੋਂ ਬਾਅਦ ਮੇਰੇ ਨਾਲ ਕੋਈ ਗੱਲ ਨਹੀਂ। ਇਹਨਾਂ ਕੋਲ ਫੋਨ ਫਾਨ ਨੇ, ਇਹਨਾਂ ਨਾਲ ਗੱਲ ਹੁੰਦੀ, ਮੇਰੇ ਕੋਲ ਉਹ ਵੱਡਾ ਫੋਨ ਕੋਈ ਨਹੀਂ, ਮੇਰੇ ਨਾਲ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੋਈ। ਹਾਂਜੀ।
ਬਾਪੂ ਜੀ ਜਿਵੇਂ ਜ਼ਿਮੀਂਦਾਰ ਪਰਿਵਾਰ ਹੈ, ਕਿਵੇਂ ਉਹ ਫਿਰ ਜਦੋਂ ਸਤਨਾਮ ਨੂੰ ਭੇਜਿਆ ਸੀਗਾ ਤੁਹਾਡੇ ਨਾਲ ਵੀ ਸਲਾਹ ਕੀਤੀ ਹੋਊਗੀ, ਕਿਵੇਂ ਉਹਦੇ ਵਾਸਤੇ ਪੈਸੇ ਇਕੱਠੇ ਕੀਤੇ ਸੀਗੇ ਵੀ ਚਲੋ ਬੱਚਾ ਸਹੀ ਸਲਾਮਤ ਪਹੁੰਚ ਜਾਵੇ ਬਾਹਰ? ਹਾਂਜੀ, ਪੈਸੇ ਇਸੇ ਤਰ੍ਹਾਂ ਹੀ ਇਕੱਠੇ ਕੀਤੇ, ਕੋਈ ਸਾਕਾਂ ਸੰਬੰਧਾਂ ਕੋ ਪੈਸੇ ਇਕੱਠੇ ਕੀਤੇ, ਸੱਜਣਾ ਮਿੱਤਰਾਂ ਕੋ ਇਕੱਠੇ ਕੀਤੇ ਆ। ਤੇ ਸੱਜਣਾ ਮਿੱਤਰਾਂ ਨੂੰ ਇਹੋ ਦੱਸਿਆ ਵੀ ਅਸੀਂ ਪੈਲੀ ਲਿਮਟ ਘਟਾ ਕੇ ਤੁਹਾਨੂੰ ਪੈਸੇ ਦੇ ਦਿਆਂਗੇ ਜਾਂ ਕੋਈ ਵੇਚ ਕੇ ਦੇ ਦਿਆਂਗੇ। ਤੇ ਸੱਜਣਾ ਨੇ ਭਰੋਸਾ ਕੀਤਾ, ਅਸੀਂ ਉਹਨਾਂ ਦੇ ਪੈਸੇ ਸਾਰੇ ਦੇ ਚੁੱਕੇ ਹਾਂ। ਤੇ ਪਰ ਇਹੋ ਹੀ ਆ ਵੀ ਉਹ ਵੀ ਖੁਸ਼ੀ ਦੀ ਗੱਲ ਲਹਿਰ ਲੱਭਦੇ ਸੀ, ਅੱਜ ਤੱਕ ਉਹਨਾਂ ਨੂੰ ਵੀ ਨਹੀਂ ਮਿਲੀ, ਸਾਨੂੰ ਵੀ ਨਹੀਂ ਖੁਸ਼ੀ ਮਿਲੀ। ਹਾਂਜੀ, ਏਜੰਟ ਦੇ ਨਾਲ ਕਦੀ ਕੀਤੀ ਕੋਸ਼ਿਸ਼ ਗੱਲ ਕਰਨ ਦੀ, ਉਸ ਏਜੰਟ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਵੀ ਤੇਰੇ ਕਰਕੇ ਅੱਜ ਸਾਡਾ ਪੁੱਤ ਸਾਨੂੰ ਮਿਲ ਨਹੀਂ ਪਾ ਰਿਹਾ? ਉਹ ਦੱਸਿਆ ਇਹਨਾਂ ਨੇ ਜਿੱਦਾਂ ਵੀ ਫੋਨ ਫਾਨ ਇਹਨਾਂ ਨੂੰ ਹੀ ਆਉਂਦੇ ਆ, ਤੇ ਇਹਨਾਂ ਨੇ ਉਹਨੇ ਮੁੜ ਕੇ ਪਹਿਲਾਂ ਫੋਨ ਚੁੱਕਦਾ ਰਿਹਾ ਵੀ ਕੋਈ ਚਿੰਤਾ ਨਾ ਕਰੋ, ਮਹੀਨੇ ਨੂੰ 10 ਦਿਨਾਂ ਨੂੰ ਪਤਾ ਲੱਗ ਜਾਊਗਾ। ਫਿਰ ਉਹ ਲਾਰੇ ਇਦਾਂ ਲਾਈ ਗਿਆ, ਲਾਰਿਆਂ 'ਤੇ ਮੁੜ ਕੇ ਉਹਨੇ ਕੋਈ ਫੋਨ ਨਹੀਂ ਚੁੱਕਿਆ। ਹੁਣ ਵੀ ਦੱਸਣ ਦੇ ਤੁਹਾਨੂੰ ਵੀ ਫੋਨ ਨਹੀਂ ਚੁੱਕਦਾ। ਫੋਨ ਤੇ ਇਹਨਾਂ ਦੇ ਕੋਲ ਹੀ ਜ਼ਿਆਦਾ, ਮੈਂ ਬੁੱਢਾ ਬੰਦਾ, ਮੇਰੇ ਕੋਲ ਇਹੋ ਜਿਹਾ ਫੋਨ ਨਾ ਮੈਂ। ਜਿਵੇਂ ਸਤਨਾਮ ਦੇ ਪਿਤਾ ਜੀ ਦੀ ਜਿਹੜੀ ਜਾਨ ਗਈ ਹੈ ਕੁਝ ਦਿਨ ਪਹਿਲਾਂ, ਉਹ ਤੁਹਾਡੇ ਨਾਲ ਗੱਲ ਕਰਦੇ ਸੀ ਕੋਈ ਪਰੇਸ਼ਾਨੀ ਦੇ ਵਿੱਚ ਜਾਂ ਸੁਭਾਵਿਕ ਤੌਰ ਦੇ ਉੱਤੇ ਜਦੋਂ ਇੱਕ ਪੁੱਤ ਦਾ ਕੋਈ ਪਤਾ ਨਾ ਆ ਰਿਹਾ ਹੋਵੇ ਜਾਂ ਇੰਨੇ ਪੈਸੇ ਵੀ ਖਰਚੇ ਹੋਣ ਤਾਂ ਕਈ ਵਾਰ ਆਪਣੇ ਪਿਤਾ ਜੀ ਦੇ ਨਾਲ ਵੀ ਫਿਰ ਗੱਲ ਕਰਦਾ ਵੀ ਮੈਂ ਇਸ ਪਰੇਸ਼ਾਨੀ ਵਿੱਚ? ਤੁਹਾਡੇ ਨਾਲ ਗੱਲ ਹੋਈ ਕੋਈ? ਮੇਰੀ ਬਿਰਧ ਅਵਸਥਾ ਨੂੰ ਵੇਖ ਕੇ ਸਗੋਂ ਮੈਨੂੰ ਜ਼ਿਆਦਾ ਕਰਦੇ ਸੀ, ਪਿਤਾ ਜੀ ਤੁਸੀਂ ਨਾ ਡੋਲਿਓ। ਤੇ ਪਰ ਉਹ ਵਿੱਚ ਹੀ ਵਿੱਚ ਆਪ ਡੋਲਦਾ ਹੈ, ਵਿੱਚ ਹੀ ਵਿੱਚ ਡੋਲਦਾ ਹੈ, ਸਾਨੂੰ ਪਤਾ ਨਹੀਂ ਲੱਗਣ ਦਿੰਦਾ। ਦਰਅਸਲ ਇਹੋ ਹੀ ਸਾਡਾ ਪੂਰਾ ਸਾਡੇ ਪਰਿਵਾਰ ਦਾ ਅੰਦਾਜ਼ਾ ਵੀ ਇਹੋ ਹੀ ਚਿੰਤਾ ਉਹਨੂੰ ਉਹਦੀ ਜਾਨ ਲੈ ਗਈ ਹੈ। ਹਾਂਜੀ, ਹੋਰ ਕੋਈ ਗੱਲਬਾਤ ਨਹੀਂ। ਉੱਦਾਂ ਦੇਖਣ ਨੂੰ ਬੜਾ ਸੋਹਣੀ ਸਿਹਤ ਸੀ, 1 ਕੁਇੰਟਲ 30 ਕਿਲੋ ਦਾ ਭਾਰ ਸੀ, 6 ਫੁੱਟ ਲੰਮਾ ਜਵਾਨ ਸੀ। ਫੋਟੋਆਂ 'ਤੇ ਤੁਸੀਂ ਵੇਖਦੇ ਪਤਾ ਲੱਗ ਹੀ ਜਾਂਦਾ ਬੰਦੇ ਦਾ। ਬਹੁਤ ਵਧੀਆ, ਮੇਰੇ 4 ਪੁੱਤ ਨੇ, 4 ਤੋਂ ਤਕੜਾ ਉਹ ਸੀ। ਅਤੇ ਕੋਈ ਗੱਲ ਨਹੀਂ ਇਹੋ ਜਿਹੀ, ਬੜਾ ਦਲੇਰ ਸੀਗਾ। ਪਰ ਜਿਹੜੀ ਇਹ ਚਿੰਤਾ ਦੇ ਤੁਹਾਨੂੰ ਪਤਾ ਹੀ, ਚਿਖਾ ਬਰਾਬਰ ਚਿੰਤਾ ਵਿੱਚ ਚਿੰਤਾ ਕਰਕੇ ਉਹਦੀ ਜਾਨ ਗਈ ਆ। ਕਿਸਾਨੀ ਕਰਦੇ ਸੀਗੇ, ਖੇਤੀਬਾੜੀ ਕਿਸਾਨੀ? ਹਾਂ, ਕਿਸਾਨੀ ਕਰਦੇ ਹਾਂ ਜੀ, ਕਿਸਾਨ ਜ਼ਿਮੀਂਦਾਰੀ ਕਰਦੇ ਹਾਂ। ਮੈਂ ਪਹਿਲਾਂ ਤਰ੍ਹਾਂ BSF 'ਚ ਨੌਕਰੀ ਕੀਤੀ, BSF 'ਚ ਰਿਟਾਇਰ ਆਇਆ ਮੈਂ। ਅਤੇ ਪਰ ਉਦੋਂ ਰਿਟਾਇਰ ਹੋਣ ਤੋਂ ਬਾਅਦ ਇੱਥੇ ਜ਼ਿਮੀਂਦਾਰੀ ਮੈਂ ਕਰਦਾ ਜੀ। ਹਾਂਜੀ, ਮਤਲਬ ਸਤਨਾਮ ਪਹਿਲਾਂ ਤੋਂ ਉਹਦਾ ਸ਼ੌਕ ਸੀਗਾ ਅਮਰੀਕਾ ਜਾਣ ਦਾ, ਜਾਂ ਕੀ ਗੱਲ ਕਰਦਾ ਹੁੰਦਾ ਸੀ ਮੈਂ ਅਮਰੀਕਾ ਜਾਣਾ? ਕਈ ਵਾਰ ਬੱਚਿਆਂ ਨੂੰ ਸ਼ੌਕ ਇਹੀ ਸ਼ੌਂਕ ਹੀ, ਕਹਿੰਦਾ ਵੀ ਮੈਂ ਉੱਥੇ ਜਾਣਾ ਬਾਹਰ। ਸਟੱਡੀ ਪੇਜ ਤੇ ਵੀ ਉਹਦੀ ਫਾਈਲ ਲਾਈ ਪਹਿਲਾਂ ਕੈਨੇਡਾ, ਮਤਲਬ ਨਹੀਂ ਲੱਗੀ ਹੈਗੀ। ਫਿਰ ਉਹਨੂੰ ਇਹੋ ਹੀ ਕਹਿੰਦਾ ਸੀ ਵੀ ਮੈਂ ਉੱਥੇ ਹੀ ਬਾਹਰ ਹੀ ਜਾਣਾ, ਆਪਣੇ ਚਾਚੇ ਕੋਲ ਹੀ ਜਾਣਾ, ਬਾਹਰ ਹੀ, ਮੈਂ ਬਾਹਰ ਹੀ ਜਾਣਾ ਬਸ। ਉਹਨੂੰ ਅਸੀਂ ਕਦੀ ਵੀ ਨਹੀਂ, ਮੈਂ ਵੀ ਨਹੀਂ ਕਦੀ ਉਹਨੂੰ ਰੋਕਿਆ ਵੀ ਚਲੋ ਕੋਈ ਗੱਲ ਨਹੀਂ, ਬਾਹਰ ਜਾਂਦੇ ਆ ਸਾਰੇ, ਕੋਈ ਗੱਲ ਨਹੀਂ, ਜਾਣ ਡਿਆ ਬਾਹਰ। ਪਰ ਮੈਨੂੰ ਇਹ ਨਹੀਂ ਪਤਾ ਵੀ ਮੇਰੇ ਪੁੱਤ ਦਾ ਫੋਨ ਨਹੀਂ ਆਉਣਾ, ਮੈਨੂੰ ਗੱਲ ਨਹੀਂ ਹੋਣੀ। ਕਿੰਨੇ ਬੱਚੇ ਨੇ ਭੈਣ ਜੀ ਤੁਹਾਡੇ? 2 ਹੀ ਬੱਚੇ ਆ, ਮੇਰੀ ਇੱਕ ਕੁੜੀ ਹੈ, ਇਹ ਵੱਡਾ ਸੀਗਾ ਮੇਰਾ ਪੁੱਤ, ਇਹ ਹੋਈ ਬੇਟੀ ਮੇਰੀ ਛੋਟੀ ਹੈ। ਗੁਰਸਿੱਖ ਸੀਗਾ ਇਹ ਵੀ ਬੱਚਾ ਤੁਹਾਡਾ? ਹਾਂਜੀ, ਗੁਰਸਿੱਖ ਬੱਚਾ ਸੀ ਤੁਹਾਡਾ? ਹਾਂਜੀ, ਗੁਰਸਿੱਖ ਹੀ, ਸਰਦਾਰ ਹੀ। ਲਗਾਤਾਰ ਜਦੋਂ ਪਿੰਡ ਤੋਂ ਗਿਆ ਉਦੋਂ ਰਾਹ 'ਚ ਦਿੱਲੀ ਦੇ ਵਿੱਚ ਵੀ ਸਹੀ ਸੀਗਾ, ਉਦੋਂ ਵੀ ਏਜੰਟ ਦੇ ਨਾਲ ਸੰਪਰਕ ਵਿੱਚ ਸੀਗਾ, ਪਰਿਵਾਰ ਦੇ ਨਾਲ ਵੀ ਸੰਪਰਕ ਵਿੱਚ ਸੀਗਾ, ਮੈਕਸੀਕੋ ਤੱਕ ਸੰਪਰਕ ਦੇ ਵਿੱਚ ਰਿਹਾ। ਫਿਰ ਅਚਾਨਕ ਆਖਰੀ ਕਾਲ ਜਿਹੜੀ ਉੱਥੋਂ ਆਈ ਵੀ ਮੈਂ ਹੁਣ ਅਮਰੀਕਾ ਦੇ ਵਿੱਚ ਦਾਖਲ ਹੋਣ ਲੱਗਾ। ਫਿਰ ਉੱਥੇ ਜਿਹੜੇ ਤੁਹਾਡੇ ਅਮਰੀਕਾ ਰਿਸ਼ਤੇਦਾਰ ਵੀ ਕੁਝ ਰਹਿੰਦੇ ਨੇ, ਉਹਨਾਂ ਨਾਲ ਵੀ ਗੱਲਬਾਤ ਹੁੰਦੀ ਰਹਿੰਦੀ ਸੀ ਤੁਹਾਡੀ? ਹਾਂ, ਮੇਰੇ ਨਾਲ ਤੇ ਨਹੀਂ ਉਦੋਂ ਮਤਲਬ ਗੱਲ ਹੋਈ, ਪਰ ਉਹਨੇ ਮੈਨੂੰ, ਸਤਨਾਮ ਨੇ ਕਿਹਾ ਵੀ ਮੰਮੀ ਮੈਂ ਹੁਣ ਚਾਚਾ ਜੀ ਕੋਲ ਚੱਲ ਜਾਣਾ ਵਾ ਥੋੜ੍ਹੇ ਦਿਨ ਨੂੰ, ਦੀਵਾਲੀ ਕਹਿੰਦੇ ਮੰਮੀ ਮੈਂ ਦੀਵਾਲੀ ਉਹਦੇ ਕੋਲ ਹੀ ਮਨਾਉਣੀ। ਮਤਲਬ ਉਹਨੂੰ ਚਾਅ ਬਹੁਤ ਸੀ ਵੀ ਮੈਂ ਪਹੁੰਚਣ ਹੀ ਵਾਲਾ ਵਾਂ ਉਹਦੇ ਕੋਲ, ਕੋਈ ਤੁਸੀਂ ਫਿਕਰ ਨਹੀਂ ਕਰਨਾ ਹੈਗਾ। ਪਰ ਸਾਨੂੰ ਇਹ ਨਹੀਂ ਪਤਾ ਵੀ ਉਹਦਾ ਫੋਨ ਹੀ ਨਹੀਂ ਆਉਣਾ ਦੁਬਾਰਾ, ਸਾਡੀ ਗੱਲ ਹੀ ਨਹੀਂ ਹੋਣੀ ਉਹਦੇ ਨਾਲ। ਸਿਹਤ ਠੀਕ ਸੀਗੀ ਉਦੋਂ, ਉਸ ਟਾਈਮ ਸਹੀ ਦੱਸ ਰਿਹਾ? ਹਾਂਜੀ, ਠੀਕ ਹੀ। ਤੁਹਾਡੇ ਹਸਬੈਂਡ ਨੇ ਕਦੀ ਗੱਲ ਕੀਤੀ ਤੁਹਾਡੇ ਨਾਲ ਵੀ ਮੈਨੂੰ ਇਦਾਂ ਦੀ ਚਿੰਤਾ, ਸੁਭਾਵਿਕ ਤੌਰ ਦੇ ਉੱਤੇ ਚਿੰਤਾ ਹੁੰਦੀ ਹੈ ਕਈ ਵਾਰ ਬੱਚਾ ਜਦੋਂ ਜਾਂਦਾ ਕੋਲੋਂ, ਅੱਜ ਬੱਚਾ ਸਵੇਰ ਨੂੰ ਘਰੋਂ ਗਿਆ ਹੋਵੇ ਸ਼ਾਮ ਤੱਕ ਨਾ ਆਵੇ ਤਾਂ ਆਪਾਂ ਚਿੰਤਾ ਕਰਨਾ ਪੈਂਦੇ ਆ? ਹਸਬੈਂਡ ਗੱਲ ਕਰਦੇ ਸੀ ਪਤੀ ਤੁਹਾਡੇ ਨਾਲ ਕੋਈ? ਨਹੀਂ, ਕਦੀ ਉਹਨਾਂ ਇਹੋ ਜਿਹੀ ਗੱਲ ਉੱਦਾਂ ਦਿਲ ਤੇ ਨਹੀਂ ਲਾਈ ਹੈਗੀ, ਸਗੋਂ ਦੂਜਿਆਂ ਨੂੰ ਹੌਸਲਾ ਦਿੰਦੇ ਸੀ, ਕੋਈ ਗੱਲ ਨਹੀਂ, ਪਤਾ ਲੱਗ ਜਾਣਾ ਵਾ, ਤੁਸੀਂ ਫਿਕਰ ਨਾ ਕਰੋ। ਜਿੱਦਣ ਹੌਸਪੀਟਲ ਆ ਉਹਨੇ ਬੋਲਿਆ ਨਹੀਂ ਜਾਂਦਾ, ਸਗੋਂ ਉਹਨਾਂ ਲਿਖ ਕੇ ਪੁੱਛਿਆ ਵਾ ਵੀ ਮੁੰਡੇ ਦਾ ਫੋਨ ਆਇਆ। ਇਹਨਾਂ ਨੇ ਉੱਦਾਂ ਉਹਨਾਂ ਨੂੰ ਕਹਿ ਦਿੱਤਾ ਵੀ ਆਇਆ ਫੋਨ, ਤੁਸੀਂ ਫਿਕਰ ਨਹੀਂ ਕਰਨਾ, ਠੀਕ ਆ। ਇੱਕ ਆਸ ਹੁੰਦੀ ਹੈ ਵੀ ਬੱਚਾ ਆਪਣੇ ਪੈਰਾਂ ਤੇ ਖੜਾ ਹੋ ਜਾਊਗਾ ਔਰ ਬੱਚੇ ਦੀ ਜ਼ਿੰਦਗੀ ਬਣ ਜੂਗੀ। ਬੱਚੇ ਦੀ ਆਸ ਹੁੰਦੀ ਹੈ ਵੀ ਮੈਂ ਜੇ ਪੈਰਾਂ ਤੇ ਖੜਾ ਉਹਨਾਂ ਤੇ ਮੇਰੇ ਮਾਤਾ ਪਿਤਾ ਉਹ ਵੀ
4 ਦਿਨ ਸੁੱਖ ਦੇ ਕੱਟਣਗੇ, ਉਹਨਾਂ ਦੀ ਆਰਥਿਕ ਮੈਂ ਆਪਣੇ ਪਿਤਾ ਦੇ ਨਾਲ ਮਦਦ ਕਰ ਸਕਾਂਗਾ, ਧੀ ਦਾ ਆਪਣੀ ਭੈਣ ਦਾ ਵਿਆਹ ਕਰ ਸਕਾਂਗਾ। ਇਦਾਂ ਦੀਆਂ ਗੱਲਾਂ ਕਰਦਾ ਸੀ ਸਤਨਾਮ ਤੋਂ? ਹਾਂਜੀ, ਸਾਨੂੰ ਕਹਿੰਦਾ ਹੁੰਦਾ ਸੀ ਤੁਸੀਂ ਮੰਮੀ ਫਿਕਰ ਨਾ ਕਰੋ, ਤੁਸੀਂ ਮੈਨੂੰ ਬਾਹਰ ਜਾ ਲੈਣ ਦਿਓ, ਕੋਈ ਚਿੰਤਾ ਨਹੀਂ ਕਰਨੀ ਹੈਗੀ, ਤੁਸੀਂ ਇਹ ਗੱਲਾਂ ਕਰਦਾ ਹੈ। ਮੰਮੀ ਡੈਡੀ ਨੇ ਤਾਂ ਨਹੀਂ ਕੁਝ ਬਣਾਇਆ, ਮੈਂ ਸਾਰਾ ਕੁਝ ਬਣਾਉਂਗਾ, ਕੋਈ ਗੱਲ ਨਹੀਂ। ਪਰ ਮੈਨੂੰ ਨਹੀਂ ਪਤਾ, ਮੈਂ ਆਪਣਾ ਪੁੱਤ ਪਰਦੇਸਾਂ 'ਚ ਤੋਰ ਕੇ ਮੈਨੂੰ ਕੋਈ ਗੱਲ ਕਰਨ ਦਾ ਵੀ ਨਹੀਂ ਮੌਕਾ ਮਿਲਣਾ। ਤੁਸੀਂ ਇਸ ਮਾਂ ਦਾ ਦਰਦ ਮਹਿਸੂਸ ਕਰ ਸਕਦੇ ਹੋ, ਕਿਸ ਤਰੀਕੇ ਦੇ ਨਾਲ ਏਜੰਟ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਚੰਗੁਲ ਦੇ ਵਿੱਚ ਫਸਾਉਂਦੇ ਨੇ। ਹਰ ਇੱਕ ਨੌਜਵਾਨ ਦੀ ਇੱਛਾ ਹੁੰਦੀ ਹੈ ਵੀ ਉਹ ਕਿਸੇ ਚੰਗੇ ਮੁਲਕ ਦੇ ਵਿੱਚ ਜਾਵੇ। ਜਿਵੇਂ ਸਤਨਾਮ ਦੇ ਵੱਲੋਂ ਵੀ ਪਹਿਲਾਂ ਆਇਲਟਸ ਕੀਤੀ ਗਈ, ਕੈਨੇਡਾ ਦੀ ਫਾਈਲ ਲਗਾਈ ਗਈ, ਵੀਜ਼ਾ ਨਹੀਂ ਲੱਗਾ, ਰਿਜੈਕਟ ਹੋ ਗਿਆ, ਤਾਂ ਉਸਨੇ ਦੂਸਰਾ ਰਸਤਾ ਏਜੰਟ ਨੇ ਜਿਸ ਤਰੀਕੇ ਦੇ ਨਾਲ ਉਸਨੂੰ ਦੱਸਿਆ ਵੀ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈ, ਕੋਈ ਮੁਸ਼ਕਿਲ ਨਹੀਂ ਹੈ, ਕੋਈ ਖਤਰਾ ਨਹੀਂ ਹੈ, ਪਰ ਜਿਸ ਤਰੀਕੇ ਦੇ ਨਾਲ ਸਤਨਾਮ ਨੂੰ ਵੀ ਮੈਕਸੀਕੋ ਤੱਕ ਲਿਜਾਇਆ ਗਿਆ ਤਾਂ ਉਹ ਖਤਰੇ ਤੋਂ ਘੱਟ ਨਹੀਂ ਸੀਗਾ। ਜੰਗਲਾਂ ਨੂੰ ਪਾਰ ਕਰਕੇ ਉੱਥੇ ਤੱਕ ਗਿਆ ਹੈ, ਕਿਤੇ ਫਲਾਈਟਾਂ ਦੇ ਵਿੱਚ ਗਿਆ, ਕਿਤੇ ਦਰਿਆਵਾਂ ਨੂੰ ਪਾਰ ਕੀਤਾ ਹੈ, ਕਿਤੇ ਜੰਗਲਾਂ ਨੂੰ ਪਾਰ ਕੀਤਾ ਹੈ, ਜਾਨ ਨੂੰ ਖਤਰੇ ਵਿੱਚ ਪਾ ਕੇ। ਉਮਰ ਕਿੰਨੀ ਸੀ ਸਤਨਾਮ ਦੀ? 22 ਸਾਲ ਦੀ ਉਮਰ ਆ ਦੀ, 22 ਸਾਲ ਹੀ ਉਮਰ ਉਹਦੀ। 22 ਸਾਲ ਦੀ ਉਮਰ ਕਹਿਣ ਨੂੰ ਤੁਸੀਂ ਇੱਕ ਅੰਦਾਜ਼ਾ ਲਗਾ ਸਕਦੇ ਹੋ ਕਿ 22 ਸਾਲ ਦਾ ਉਹ ਨੌਜਵਾਨ ਬੱਚਾ ਹੀ, ਮੈਨੂੰ ਲੱਗਦਾ ਉਹਨੂੰ ਅਜੇ ਤੱਕ ਪੂਰੀ ਸਮਝ ਵੀ ਨਹੀਂ ਆਉਂਦੀ ਮੈਂ ਕਿਵੇਂ ਡੀਲ ਕਰਨਾ ਹੈ। ਤਾਂ ਦੂਸਰੇ ਬਗਾਨੇ ਮੁਲਕਾਂ ਦੇ ਵਿੱਚ, ਜੰਗਲਾਂ ਦੇ ਵਿੱਚੋਂ ਧੱਕੇ ਖਾਂਦਾ ਉਹ ਮੈਕਸੀਕੋ ਤੱਕ ਪਹੁੰਚਦਾ ਹੈ ਤੇ ਪਰਿਵਾਰ ਨੂੰ ਆਖਰੀ ਕਾਲ ਕਰਦਾ ਹੈ ਵੀ ਮੈਂ ਹੁਣ ਇੱਕ ਨਦੀ ਨੂੰ ਪਾਰ ਕਰਨਾ ਹੈ ਤੇ ਉਸ ਤੋਂ ਬਾਅਦ ਮੈਂ ਅਮਰੀਕਾ ਦੇ ਵਿੱਚ ਦਾਖਲ ਹੋ ਜਾਣਾ ਹੈ, ਔਰ ਉਸ ਤੋਂ ਬਾਅਦ ਪਰਿਵਾਰ ਦੀ ਸਾਰੀ ਚਿੰਤਾਵਾਂ ਨੂੰ ਮੈਂ ਖ਼ਤਮ ਕਰ ਦਊਂਗਾ, ਜੋ ਪਰਿਵਾਰ ਦੇ ਵਿੱਚ ਕਮੀਆਂ ਪੇਸ਼ੀਆਂ ਨੇ ਉਹ ਸਾਰੀਆਂ ਦੂਰ ਕਰਾਂਗਾ, ਮੈਂ ਪੈਸਾ ਕਮਾਵਾਂਗਾ, ਘਰ ਵਧੀਆ ਬਣਾਵਾਂਗਾ, ਭੈਣ ਦਾ ਵਿਆਹ ਕਰਾਂਗਾ। ਇੱਦਾਂ ਦੇ ਸੁਪਨੇ ਲੈ ਕੇ ਸਤਨਾਮ ਵੀ ਘਰੋਂ ਗਿਆ ਸੀ, ਪਰ ਪਿਛਲੇ 1 ਸਾਲ ਤੋਂ ਸਤਨਾਮ ਦਾ ਆਪਣੇ ਪਰਿਵਾਰ ਦੇ ਨਾਲ ਸੰਪਰਕ ਟੁੱਟਿਆ। ਸੋ ਅਸੀਂ ਵੀ ਅਪੀਲ ਕਰਦੇ ਹਾਂ, ਜੇ ਕੋਈ ਅਮਰੀਕਾ, ਕੈਨੇਡਾ ਜਾਂ ਮੈਕਸੀਕੋ ਦੇ ਵਿੱਚ ਕੋਈ ਪੰਜਾਬੀ ਭਰਾ ਬੈਠਾ ਹੈ ਤਾਂ ਸਤਨਾਮ ਨੂੰ ਜੇਕਰ ਕੋਈ ਮਿਲਿਆ ਹੈ, ਜੇ ਕਿਸੇ ਦੀ ਮੁਲਾਕਾਤ ਸਤਨਾਮ ਨਾਲ ਹੋਈ ਹੈ ਜਾਂ ਉਹਨਾਂ ਨੇ ਸਤਨਾਮ ਨੂੰ ਦੇਖਿਆ ਹੈ, ਜਾਂ ਕੋਈ ਅਜਿਹਾ ਕਾਨੂੰਨੀ ਮਾਹਰ ਅਮਰੀਕਾ, ਕੈਨੇਡਾ ਦੇ ਵਿੱਚ ਬੈਠਾ ਹੈ ਵੀ ਇਸ ਪਰਿਵਾਰ ਦੀ ਕਾਨੂੰਨੀ ਸਹਾਇਤਾ ਕਰ ਸਕੇ, ਸਤਨਾਮ ਨੂੰ ਲੱਭਣ ਦੇ ਵਿੱਚ ਇਹਨਾਂ ਦੀ ਮਦਦ ਕਰ ਸਕੇ, ਤਾਂ ਅਸੀਂ ਅਪੀਲ ਕਰਦੇ ਹਾਂ ਵੀ ਜ਼ਰੂਰ ਅੱਗੇ ਆਓ ਔਰ ਇਸ ਪਰਿਵਾਰ ਦੇ ਨਾਲ ਰਾਬਤਾ ਕਾਇਮ ਕਰਕੇ ਅਮਰੀਕਾ ਦੇ ਵਿੱਚ ਜੇ ਕੋਈ ਕਿਸੇ ਵਕੀਲ ਦੇ ਥਰੂ ਇਹਨਾਂ ਦੀ ਸਹਾਇਤਾ ਕਰਨੀ ਚਾਹੁੰਦੇ ਹੋ ਤਾਂ ਕਾਨੂੰਨੀ ਰਾਹ ਨੂੰ ਅਪਣਾ ਕੇ ਸਤਨਾਮ ਦਾ ਕੋਈ ਅਤਾ ਪਤਾ ਕਿਸੇ ਨੂੰ ਵੀ ਪਤਾ ਹੋਵੇ ਤਾਂ ਤੁਸੀਂ ਹਮਦਰਦ TV ਦੇ ਉੱਤੇ ਵੀ ਸੰਪਰਕ ਕਰ ਸਕਦੇ ਹੋ। ਕਿਉਂਕਿ ਸੁਣਨ ਦੇ ਵਿੱਚ ਇਹ ਵੀ ਆਉਂਦਾ ਹੈ ਵੀ ਮੈਕਸੀਕੋ ਦੇ ਵਿੱਚ ਵੀ ਬਹੁਤ ਸਾਰੇ ਪੰਜਾਬੀ ਭਰਾ ਬੈਠੇ ਨੇ ਜੋ ਅਜਿਹੇ ਨੈਟਵਰਕ ਦੇ ਨਾਲ ਸੰਬੰਧ ਰੱਖਦੇ ਨੇ, ਏਜੰਟ ਕਹਿ ਲਈਏ ਜਾਂ ਉਹ ਇਮੀਗ੍ਰੇਸ਼ਨ ਦੀ ਜਾਣਕਾਰੀ ਰੱਖਦੇ ਨੇ। ਤਾਂ ਜੇਕਰ ਕਿਸੇ ਭਰਾ ਨੂੰ ਸਤਨਾਮ ਦੇ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਉਹ ਹਮਦਰਦ TV ਦੇ ਨਾਲ ਵੀ ਸਾਂਝੀ ਕਰੇ ਔਰ ਹੋ ਸਕੇ ਤਾਂ ਇਸ ਪਰਿਵਾਰ ਦੇ ਨਾਲ ਰਾਬਤਾ ਕਾਇਮ ਕਰੇ। ਇਸ ਪਰਿਵਾਰ ਤੱਕ ਜਿੰਨੀ ਜਲਦੀ ਹੋ ਸਕੇ ਸਤਨਾਮ ਸਿੰਘ ਦੀ ਜਾਣਕਾਰੀ ਇਸ ਪਰਿਵਾਰ ਦੇ ਨਾਲ ਸਾਂਝੀ ਕੀਤੀ ਜਾਵੇ ਤਾਂ ਜੋ ਸਦਮੇ 'ਚ ਬੈਠੇ ਇਸ ਪਰਿਵਾਰ ਨੂੰ ਕੁਝ ਹੌਸਲਾ ਮਿਲ ਸਕੇ, ਉਹਨਾਂ ਦੀ ਆਪਣੇ ਪੁੱਤ ਦੇ ਨਾਲ ਗੱਲ ਹੋ ਸਕੇ। ਇੱਥੇ ਵੀ ਦੱਸ ਦਿੰਦਾ ਹੈ ਵੀ ਦੂਸਰਾ ਨੌਜਵਾਨ ਬਲਵੀਰ ਸਿੰਘ ਹੈ ਜੋ ਬੰਗਾ ਸ਼ਹਿਰ ਦੇ ਨਾਲ ਸੰਬੰਧ ਰੱਖਦਾ ਹੈ। ਬਲਵੀਰ ਸਿੰਘ ਦਾ ਪਰਿਵਾਰ ਵੀ ਇਸ ਸਮੇਂ ਸਦਮੇ ਦੇ ਵਿੱਚ ਹੈ, ਪਰੇਸ਼ਾਨੀ ਦੇ ਵਿੱਚ ਹੈ। ਇਸ ਪਰਿਵਾਰ ਦੇ ਵੱਲੋਂ ਵੀ ਥਾਂ ਜਿਸ ਤਰੀਕੇ ਦੇ ਨਾਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸਤਨਾਮ ਦੀ ਜਾਣਕਾਰੀ ਹਾਸਲ ਕਰਨ ਦੇ ਲਈ, ਉਸੇ ਤਰੀਕੇ ਦੇ ਨਾਲ ਬਲਵੀਰ ਸਿੰਘ ਦੇ ਪਰਿਵਾਰ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਉਹਨਾਂ ਨੂੰ ਇਹਨਾਂ ਨੌਜਵਾਨਾਂ ਦੀ ਕੋਈ ਸੂਹ, ਕੋਈ ਦੱਸ, ਕੋਈ ਪੱਖਲ ਪੈ ਸਕੇ। ਸਤਨਾਮ ਦੇ ਚਾਚਾ ਜੀ ਨਾਲ ਗੱਲ ਕਰਦੇ ਹਾਂ। ਜਿਸ ਪ੍ਰਕਾਰ ਇਸ ਏਜੰਟ ਦੇ ਵੱਲੋਂ ਧੋਖਾਧੜੀ ਕੀਤੀ ਗਈ ਹੈ, ਪੁਲਿਸ ਨੂੰ ਕੋਈ ਜਾਣਕਾਰੀ ਦਿੱਤੀ ਹੈ ਇਸ ਬਾਰੇ, ਜਾਂ ਮਿਸਿੰਗ ਦਾ ਜਿਵੇਂ ਆਪਾਂ ਗੱਲ ਕਰੀਏ ਸਤਨਾਮ ਪਿਛਲੇ 1 ਸਾਲ ਤੋਂ ਸੰਪਰਕ ਟੁੱਟਾ ਹੈ, ਕਿਤੇ ਕੋਈ ਪੁਲਿਸ ਨੂੰ ਕਿਸੇ ਤੋਂ ਮਦਦ ਲੈਣ ਦੀ ਕੋਸ਼ਿਸ਼ ਕੀਤੀ ਪਰਿਵਾਰ ਨੇ? ਨਹੀਂ, ਪੁਲਿਸ ਤੋਂ ਕੋਈ ਮਦਦ ਨਹੀਂ ਲਈ। ਪੁਲਿਸ ਨੂੰ ਕੋਈ ਆਪਾਂ ਇਨਫੋਰਮੇਸ਼ਨ ਨਹੀਂ ਦਿੱਤੀ ਅਸੀਂ ਵੀ ਜਾਂ ਵੀ ਇਹਦੇ ਵਿੱਚ ਸਾਡੀ ਕੋਈ ਮਤਲਬ ਮਦਦ ਕੀਤੀ ਜਾਵੇ। ਤਾਂ ਇਹ ਵੀ 2 ਨੰਬਰ ਦੇ ਵਿੱਚ ਭੇਜਿਆ ਹੋਇਆ ਸੀ ਅਤੇ ਉਹਨਾਂ ਪੁਲਿਸ ਨੂੰ ਕੋਈ ਆਪਾਂ ਐਸੀ ਮਤਲਬ ਨਹੀਂ ਇਨਫੋਰਮੇਸ਼ਨ ਦਿੱਤੀ ਵੀ ਹਾਂ ਚਲੋ ਇਹਨਾਂ ਸਾਡੀ ਕੀ ਮਦਦ ਕਰਨੀ ਹੈ, ਨਾ ਹੀ ਪੁਲਿਸ ਮਦਦ ਕਰ ਸਕਦੀ ਆ। ਅਤੇ ਇਸ ਕਰਕੇ ਅਸੀਂ ਸੋਚਿਆ ਵੀ ਇਹਦੀ ਮਦਦ ਕੀ ਕਰਨੀ ਪੁਲਿਸ ਨੇ। ਏਜੰਟਾਂ ਥਰੂ ਹੀ ਅਸੀਂ ਹੋਰ ਕਈਆਂ ਬੰਦਿਆਂ ਨੂੰ ਪੁੱਛਿਆ ਵੀ ਹਾਂ ਵੀ ਵੱਖ-ਵੱਖ ਹੋਰ ਏਜੰਟਾਂ ਤੋਂ ਵੀ ਅਸੀਂ ਗੱਲ ਕੀਤੀ ਵੀ ਚੱਲ ਇਹ ਕੋਈ ਤੁਸੀਂ ਪਤਾ ਕਰ ਦਿਓ, ਪਰ ਸਾਰਿਆਂ ਨੂੰ ਆਪਾਂ ਉਹਦੇ ਡਾਕੂਮੈਂਟਸ ਵਗੈਰਾ ਭੇਜ ਦੇ ਰਹੇ ਹਾਂ, ਪਰ ਅਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਮਿਲੀ। ਪੁਲਿਸ ਨੂੰ ਆਪਾਂ ਕੋਈ ਇਤਲਾਹ ਨਹੀਂ ਦਿੱਤੀ ਇਸ ਬਾਰੇ। ਜਿਹੜੇ ਸਤਨਾਮ ਦੇ ਚਾਚਾ ਜੀ ਨੇ ਉਹਨਾਂ ਦੇ ਨਾਲ ਵੀ ਸਤਨਾਮ ਲਗਾਤਾਰ ਸੰਪਰਕ ਦੇ ਵਿੱਚ ਸੀਗਾ, ਸਾਡੀ ਗੱਲ ਹੋ ਸਕਦੀ ਉਹਨਾਂ ਦੇ ਨਾਲ ਫੋਨ ਦੇ ਉੱਤੇ ਜੇ ਕੋਸ਼ਿਸ਼ ਕਰੋ? ਹਾਂਜੀ, ਉਹਦੇ ਨਾਲ ਤੁਹਾਡੀ ਗੱਲ ਹੋ ਸਕਦੀ ਪਰ ਇਸ ਟਾਈਮ 'ਤੇ ਉਹ ਇਸ ਟਾਈਮ ਉੱਥੇ ਨਾਈਟ ਹੈ, ਪਰ ਤੁਹਾਡੀ ਰਾਤ ਨੂੰ ਗੱਲ ਉੱਥੇ ਹੋ ਸਕਦੀ ਹੈ। ਜਦੋਂ ਇੱਥੇ ਰਾਤ ਹੋਏਗੀ ਉੱਥੇ ਦਿਨ ਤੁਹਾਨੂੰ ਨੰਬਰ ਦਿੱਤਾ ਜਾਵੇਗਾ, ਉਦੋਂ ਗੱਲ ਹੋ ਜਾਏਗੀ। ਅੱਛਾ, ਜਿਹੜਾ ਏਜੰਟ ਕਾਕੇ ਦੀ ਗੱਲ ਕਰ ਰਹੇ ਹੋ ਹਰਿਆਣਾ ਦਾ ਰਹਿਣ ਵਾਲਾ, ਇਹਦੇ ਨਾਲ ਕੋਈ ਪੰਜਾਬੀ ਏਜੰਟ ਵੀ ਸੀਗਾ ਜਿਹਨੇ ਪਰਿਵਾਰ ਦੇ ਨਾਲ ਸੰਪਰਕ ਸਾਧਿਆ? ਪਰਿਵਾਰ ਤੱਕ ਕਿਵੇਂ ਉਹ ਏਜੰਟ ਪਹੁੰਚਿਆ ਜਾਂ ਪਰਿਵਾਰ ਉਹਦੇ ਤੱਕ ਕਿਵੇਂ ਪਹੁੰਚਿਆ?
ਉਹ ਕੋਈ ਹਰਿਆਣੇ ਦਾ ਹੀ ਕੋਈ ਏਜੰਟ, ਉਹਨਾਂ ਨਾਲ ਉੱਥੇ ਹੀ ਕੋਈ ਬੰਦਾ ਭਾਈ ਸਾਹਿਬ ਨਾਲ, ਉਹਨਾਂ ਨੇ ਅੱਗੋਂ ਦੱਸਿਆ ਇੱਥੇ ਮਤਲਬ ਏਜੰਟ ਜਿਹੜਾ ਦਿੱਲੀ ਸੀਗਾ, ਉਹ ਪਰਿਵਾਰ ਦੇ ਉਹ ਮੈਂਬਰ ਨੇ ਸਾਡੇ ਬ੍ਰਦਰ ਨੂੰ ਦੱਸਿਆ ਸੀ, ਉਹਨਾਂ ਅੱਗੇ ਗੱਲ ਕਰਾਈ ਸੀ ਅੱਗੇ ਮਤਲਬ ਏਜੰਟ ਨਾਲ, ਉਹਨਾਂ ਥਰੂ ਗੱਲ ਹੋਈ ਸਾਰੀ। ਹਾਂਜੀ, ਉਹ ਪੰਜਾਬੀ ਬੰਦੇ ਨੇ। ਜਿਸ ਤਰੀਕੇ ਦੇ ਨਾਲ ਅਸੀਂ ਵੀ ਪ੍ਰਮਾਤਮਾ ਅੱਗੇ ਵੀ ਇਹੀ ਅਰਦਾਸ ਕਰਦੇ ਹਾਂ ਵੀ ਜਲਦ ਤੋਂ ਜਲਦ ਸਤਨਾਮ ਦੀ ਖਬਰ ਇਸ ਪਰਿਵਾਰ ਨੂੰ ਮਿਲੇ, ਕਿਉਂਕਿ ਪਰਿਵਾਰ ਸਦਮੇ ਦੇ ਵਿੱਚ ਹੈ, ਦੁੱਖ ਦੇ ਵਿੱਚ ਹੈ, ਤਕਲੀਫਾਂ ਦੇ ਵਿੱਚ ਹੈ। ਪਿਤਾ ਦਾ ਸਾਇਆ ਵੀ ਸਿਰ ਤੋਂ ਉੱਠ ਗਿਆ ਹੈ, ਉਸ ਦੀ ਖਬਰ ਵੀ ਸ਼ਾਇਦ ਪਤਾ ਨਹੀਂ ਉਹਦੇ ਤੱਕ ਪਹੁੰਚੀ ਕਿ ਨਹੀਂ ਪਹੁੰਚੀ ਹੈ। ਜਿੱਥੇ ਵੀ ਹੈ ਪ੍ਰਮਾਤਮਾ ਅੱਗੇ ਇਹੀ ਅਰਦਾਸ ਹੈ ਵੀ ਉਹ ਸਹੀ ਸਲਾਮਤ ਹੋਵੇ ਔਰ ਜਲਦ ਤੋਂ ਜਲਦ ਪਰਿਵਾਰ ਤੱਕ ਉਸ ਦੀ ਕੋਈ ਸੁੱਖ ਸੁਨੇਹਾ ਪਹੁੰਚੇ ਔਰ ਪਰਿਵਾਰ ਨੂੰ ਥੋੜ੍ਹਾ ਹੌਸਲਾ ਮਿਲੇ ਕਿ ਉਹਨਾਂ ਦਾ ਪੁੱਤ ਸਹੀ ਸਲਾਮਤ ਹੈ। ਅਰਦਾਸ ਪ੍ਰਮਾਤਮਾ ਦੇ ਅੱਗੇ ਇਹੀ ਹੈ। ਅਪੀਲ ਅਮਰੀਕਾ ਕੈਨੇਡਾ ਬੈਠੇ ਉਹਨਾਂ ਕਾਨੂੰਨੀ ਮਾਹਰ ਲੋਕਾਂ ਨੂੰ ਵੀ ਹੈ, ਜਾਂ ਕੋਈ ਵੀ ਪੰਜਾਬੀ ਭਾਈਚਾਰੇ ਨਾਲ ਜਾਂ ਕਿਸੇ ਵੀ ਭਾਈਚਾਰੇ ਨਾਲ ਸੰਬੰਧ ਰੱਖਦਾ ਹੈ, ਜੇਕਰ ਕੋਈ ਉਹ ਜਾਣਕਾਰੀ ਸਤਨਾਮ ਦੀ ਇਸ ਪਰਿਵਾਰ ਤੱਕ ਪਹੁੰਚਾ ਸਕਦਾ ਹੈ ਤਾਂ ਸਾਡੀ ਅਪੀਲ ਹੈ ਵੀ ਜ਼ਰੂਰ ਕੋਸ਼ਿਸ਼ ਕਰੇ ਸਤਨਾਮ ਦੇ ਪਰਿਵਾਰ ਦੇ ਨਾਲ ਉਸ ਦਾ ਸੰਪਰਕ ਕਰਵਾਉਣ ਦੇ ਲਈ। ਜਿਸ ਤਰੀਕੇ ਦੇ ਨਾਲ ਸਤਨਾਮ ਨੌਜਵਾਨ ਸੀਗਾ, 22 ਸਾਲ ਦੀ ਉਮਰ ਸੀਗੀ, ਵਿਦੇਸ਼ ਜਾਣ ਦਾ ਸੁਪਨਾ ਦੇਖਿਆ ਸੀ, ਪਰ ਇਹ ਜਿਹੜੇ ਏਜੰਟ ਨੇ ਠੱਗੀਆਂ ਮਾਰਦੇ ਨੇ, ਬੱਚਿਆਂ ਦੀ ਜਾਨ ਦੇ ਨਾਲ ਖਿਲਵਾੜ ਕਰ ਜਾਂਦੇ ਨੇ, ਉਹਨਾਂ ਨੂੰ ਮੌਤ ਦੇ ਮੂੰਹ ਦੇ ਵਿੱਚ ਧੱਕਣ ਤੋਂ ਗੁਰੇਜ਼ ਨਹੀਂ ਰੱਖਦਾ। ਲੱਗਦਾ ਵੀ ਪੰਜਾਬ ਦੇ ਵਿੱਚ ਅੱਜ ਰੋਜ਼ਗਾਰ ਦੀ ਕਮੀ ਹੈ, ਇਸ ਕਰਕੇ ਨੌਜਵਾਨਾਂ ਨੂੰ ਵਿਦੇਸ਼ੀ ਰਾਹ ਜਿਹੜਾ ਅਪਣਾਉਣਾ ਪੈਂਦਾ। ਹਾਂਜੀ ਹਾਂਜੀ, ਰੁਜ਼ਗਾਰ ਇੱਥੇ ਹੈ ਹੀ ਨਹੀਂ, ਜਿੰਨਾ ਮਰਜ਼ੀ ਬੰਦਾ ਕੋਈ ਐਜੂਕੇਸ਼ਨ ਦੇ ਬੰਦੇ ਬਹੁਤ ਮਤਲਬ ਪੜ੍ਹੇ ਲਿਖੇ ਬੱਚੇ ਨੇ, ਐਜੂਕੇਸ਼ਨ ਪੰਜਾਬ ਦੇ ਵਿੱਚ ਕੋਈ ਨਹੀਂ ਹੈ। ਮਤਲਬ ਸਰਕਾਰਾਂ ਮਤਲਬ ਇਲੈਕਸ਼ਨ ਜਦੋਂ ਕਰਦੇ ਵੋਟਾਂ ਲੈਂਦੀਆਂ ਵੀ ਤੁਹਾਨੂੰ ਆਪਾਂ ਨੌਕਰੀਆਂ ਦਿਵਾਵਾਂਗੇ ਬੱਚਿਆਂ ਨੂੰ, ਪਰ ਅੱਜ ਤੱਕ ਕੋਈ ਵੀ ਮਤਲਬ ਫੌਜ ਦੀ ਨੌਕਰੀ ਤੋਂ ਬਿਨਾਂ ਹੋਰ ਕੋਈ ਜ਼ਿਆਦਾ ਇੱਥੇ ਕੋਈ ਵੀ ਮਤਲਬ ਨੌਕਰੀ ਹੈ ਨਹੀਂ। ਮਤਲਬ ਫੌਜ ਦੀ ਵੀ ਨੌਕਰੀ ਹੁਣ ਮਤਲਬ ਏਜੰਟਾਂ ਥਰੂ ਮਿਲਦੀ ਹੈ, ਕਿੱਥੇ ਮਿਲਦੀ ਹੈ। ਮਤਲਬ ਨੌਜਵਾਨ ਬਹੁਤ ਬੇਰੁਜ਼ਗਾਰ ਨੇ, ਅਤੇ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਵੀ ਹਾਂ ਇਹ ਬੱਚਿਆਂ ਨੂੰ ਬਾਹਰ ਜਾਣ ਦੀ ਨਾ ਲੋੜ ਪਵੇ, ਵੀ ਆਪਾਂ ਬੱਚੇ ਨੂੰ ਪਾਲ ਕੇ ਇੰਨੇ ਪੈਸੇ ਲੈ ਕੇ ਬਾਹਰ ਭੇਜੀਦਾ ਵੀ ਉਹ ਵੀ ਜਾਨ ਖਤਰਾ ਮੁੱਲ ਲੈ ਕੇ। ਏਜੰਟ ਧੋਖਾ ਕਰਦੇ ਨੇ, ਦੱਸਦੇ ਕੁਛ ਨੇ ਕਰਦੇ ਕੁਛ। ਪ੍ਰਸ਼ਾਸਨ ਨੇ ਕੋਈ ਮਦਦ ਨਹੀਂ ਕਰਦਾ ਮਤਲਬ ਬੱਚਿਆਂ ਨੂੰ ਨੌਕਰੀ ਦੇਣ ਵਾਸਤੇ। ਏਜੰਟ ਦਾ ਨੰਬਰ ਹੈ ਤੁਹਾਡੇ ਕੋਲ, ਫੋਨ ਨੰਬਰ ਹੈ, ਉਹਦੇ ਨਾਲ ਗੱਲ ਹੋ ਸਕਦੀ? ਕਦੀ ਲਗਾਇਆ ਉਹਨੂੰ, ਚੱਕਦਾ ਫੋਨ ਕਿ ਨਹੀਂ ਚੱਕ? ਇਸ ਟਾਈਮ ਮੇਰੇ ਕੋਲ ਨੰਬਰ ਤਾਂ ਨਹੀਂ ਹੈ, ਪਰ ਨੰਬਰ ਮਿਲ ਜਾਏਗਾ ਉਹਨਾਂ ਦਾ, ਹੈਗਾ ਨੰਬਰ, ਲੈ ਲਾਂਗੇ ਨੰਬਰ ਉਹਨੂੰ। ਤਾਂ ਇਹ ਸਤਨਾਮ ਸਿੰਘ ਦਾ ਪਰਿਵਾਰ ਹੈ, ਲਗਾਤਾਰ ਇਹੀ ਅਪੀਲ ਕਰ ਰਿਹਾ ਵੀ ਜੇਕਰ ਸਤਨਾਮ ਦਾ ਕੋਈ ਵੀ ਪਤਾ ਜਾਂ ਜਾਣਕਾਰੀ ਇਸ ਪਰਿਵਾਰ ਤੱਕ ਕੋਈ ਪਹੁੰਚਾ ਸਕਦਾ ਹੈ ਤਾਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਸਾਡੇ ਵੱਲੋਂ ਵੀ ਅਪੀਲ ਹੈ ਕਿ ਇਹਨਾਂ ਪਰਿਵਾਰ ਦੇ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ। ਇੱਕ ਪਾਸੇ ਬਲਵੀਰ ਸਿੰਘ ਦਾ ਪਰਿਵਾਰ ਰੋ ਰਿਹਾ, ਕੁਰਲਾ ਰਿਹਾ, ਤਾਂ ਦੂਸਰੇ ਪਾਸੇ ਸਤਨਾਮ ਸਿੰਘ ਦਾ ਪਰਿਵਾਰ ਇਸ ਸਮੇਂ ਸਦਮੇ ਦੇ ਵਿੱਚ ਹੈ, ਕਿਉਂਕਿ ਸਤਨਾਮ ਸਿੰਘ ਦੇ ਪਿਤਾ ਜੀ ਦੀ ਵੀ ਹਾਲ ਹੀ ਦੇ ਵਿੱਚ ਜਿਹੜੀ ਮੌਤ ਹੋਈ ਹੈ। ਤਾਂ ਦੁੱਖ ਲਗਾਤਾਰ ਪਰਿਵਾਰ ਦੇ ਉੱਤੇ ਆ ਰਹੇ ਨੇ, ਪਰ ਕੋਸ਼ਿਸ਼ ਸਾਡੀ ਵੀ ਪ੍ਰਮਾਤਮਾ ਦੇ ਅੱਗੇ ਇਹੀ ਅਰਦਾਸ ਹੈ ਵੀ ਜਲਦ ਤੋਂ ਜਲਦ ਸਤਨਾਮ ਦਾ ਕੋਈ ਸੁੱਖ ਸੁਨੇਹਾ ਇਸ ਪਰਿਵਾਰ ਨੂੰ ਮਿਲੇ। ਔਰ ਪਰਿਵਾਰ ਦੇ ਇਹ ਵੀ ਰੋਸ ਹੈ ਵੀ ਅੱਜ ਜੇਕਰ ਸਰਕਾਰਾਂ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਤਾਂ ਸ਼ਾਇਦ ਨੌਜਵਾਨਾਂ ਨੂੰ ਇਹਨਾਂ ਮੌਤ ਦੇ ਮੂੰਹਾਂ ਵਿੱਚ, ਇਹਨਾਂ ਖਤਰਨਾਕ ਰਾਹਾਂ ਨੂੰ ਪਾਰ ਕਰਕੇ ਅਮਰੀਕਾ ਦਾ ਸੁਪਨਾ ਨਾ ਦੇਖਣਾ ਪਵੇ, ਕਿਉਂਕਿ ਇੱਥੇ ਬੇਰੁਜ਼ਗਾਰੀ ਇੱਕ ਵੱਡੀ ਮਾਰ ਨੌਜਵਾਨਾਂ ਨੂੰ ਪੈ ਰਹੀ ਹੈ ਕਿ ਅੱਜ ਨੌਜਵਾਨ ਆਪਣਾ ਪੰਜਾਬ, ਆਪਣਾ ਮੁਲਕ ਛੱਡ ਕੇ, ਆਪਣੇ ਪਰਿਵਾਰ ਨੂੰ ਇੱਥੇ ਛੱਡ ਕੇ, ਆਪਣੀਆਂ ਭੈਣਾਂ ਨੂੰ, ਆਪਣੀਆਂ ਮਾਵਾਂ ਨੂੰ, ਚਾਚਿਆਂ ਤਾਇਆਂ ਨੂੰ, ਬਜ਼ੁਰਗਾਂ ਨੂੰ ਛੱਡ ਕੇ ਅਮਰੀਕਾ ਦੇ ਵਿੱਚ ਜਾਂਦੇ ਨੇ ਤਾਂ ਕਿਸ ਤਰੀਕੇ ਦੇ ਨਾਲ ਖਤਰੇ ਭਰੇ ਰਾਹਾਂ ਦੇ ਵਿੱਚੋਂ ਲੰਘਦੇ ਨੇ। ਸੋ ਇਹ ਤਸਵੀਰ ਪੂਰੀ ਇਹ ਕਹਾਣੀ ਤੁਸੀਂ ਸਤਨਾਮ ਸਿੰਘ ਦੇ ਪਰਿਵਾਰ ਤੋਂ ਸੁਣੀ ਹੈ। ਔਰ ਸਤਨਾਮ ਸਿੰਘ ਅੱਜ ਪਿਛਲੇ 1 ਸਾਲ ਤੋਂ ਆਪਣੇ ਪਰਿਵਾਰ ਤੋਂ ਉਸ ਦਾ ਸੰਪਰਕ ਟੁੱਟਿਆ ਹੋਇਆ ਹੈ। ਸੋ ਆਖਰੀ ਅਪੀਲ ਹੈ ਕਿ ਜੇਕਰ ਕੋਈ ਸਤਨਾਮ ਦੀ ਜਾਣਕਾਰੀ ਇਸ ਪਰਿਵਾਰ ਤੱਕ ਪਹੁੰਚਾ ਸਕਦਾ ਹੈ ਤਾਂ ਉਹ ਜ਼ਰੂਰ ਸਾਡੀ ਅਪੀਲ 'ਤੇ ਇਸ ਪਰਿਵਾਰ ਦੇ ਨਾਲ ਸੰਪਰਕ ਕਰੇ। ਜੇਕਰ ਤੁਸੀਂ ਹਮਦਰਦ ਟੀਵੀ ਨੂੰ ਸਤਨਾਮ ਦੇ ਬਾਰੇ ਕੋਈ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ, ਸਾਨੂੰ ਈਮੇਲ ਕਰ ਸਕਦੇ ਹੋ, ਸਾਨੂੰ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਵੀ ਭੇਜ ਸਕਦੇ ਹੋ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਪਿੰਡ ਆਲਮਾ, ਜ਼ਿਲ੍ਹਾ ਗੁਰਦਾਸਪੁਰ।